सत श्री अकाल दोस्तों, वैलकम टू डोर स्टैप एजुकेशन पॉइंट। उम्मीद मैं यही करूँगा तुसी सब वधिया होने आ। अज दी वीडियो विच मास्टर काडर के रिगार्डिंग गल करन जा रहे हैं। PS टैट के रिजल्ट रिगार्डिंग तो गल नहीं करांगे, आपां नूं नहीं पता रिजल्ट कदों आऊगा। सो आपां एवें स्पैकुलेशन करी जाइए कि 5 दिन बाद आ जाऊ, 10 दिन बाद आ जाऊ। सो आपां उम्मीद कर सकते हैं छेती आ जाए, बट आपां एग्जैक्टली नहीं दस सकते। ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਨ੍ਹਾਂ ਸਾਥੀਆਂ ਦਾ ਜਿਹੜਾ PS ਟੈਟ ਦਾ ਪੇਪਰ ਹੈਗਾ ਜੀ ਉਹ ਕਲੀਅਰ ਹੋ ਰਿਹਾ, ਭਾਵੇਂ ਉਹ ਪੇਪਰ 1 ਵਾਲੇ ਸਟੂਡੈਂਟ ਹੋਣ। ਜੇਕਰ ਉਹਨਾਂ ਦਾ ਪੇਪਰ 1 ਦਾ ਪੇਪਰ ਕਲੀਅਰ ਹੋ ਰਿਹਾ ਤੇ ਉਹ ਕਿਹੜੇ ਐਗਜ਼ਾਮ ਦੀ ਤਿਆਰੀ ਕਰਨਗੇ? ETT ਪੇਪਰ 2 ਦੀ। ਤੇ ਜਿਹੜੇ ਸਾਥੀ ਮਾਸਟਰ ਕਾਡਰ ਦੀ ਤਿਆਰੀ ਕਰਨਗੇ, ਜਿਨ੍ਹਾਂ ਸਾਥੀਆਂ ਦਾ ਪੇਪਰ 2 ਦਾ ਜਿਹੜਾ ਪੇਪਰ ਹੈਗਾ ਜੀ ਉਹ ਕਲੀਅਰ ਹੋ ਰਿਹਾ ਹੈ, PS ਟੈਟ ਦੀ ਮੈਂ ਗੱਲ ਕਰ ਰਿਹਾ, ਉਹ ਸਾਥੀ ਮਾਸਟਰ ਕਾਡਰ ਦੀ ਤਿਆਰੀ ਕਰਨਗੇ। ਤੇ ਮਾਸਟਰ ਕਾਡਰ ਵਿੱਚ ਤੁਹਾਨੂੰ ਕਿੰਨੇ ਸਬਜੈਕਟ ਵੇਖਣ ਨੂੰ ਮਿਲਦੇ ਨੇ ਜੀ? 6 ਸਬਜੈਕਟ, ਜਿਹੜੇ ਕਿ ਤੁਸੀਂ ਜਨਰਲੀ ਸਕੂਲਾਂ ਵਿੱਚ ਵੇਖਦੇ ਹੀ ਹੋ। ਜਿਵੇਂ ਕਿ ਪਹਿਲਾਂ ਤਾਂ ਹੋ ਗਏ ਜੀ 3 ਲੈਂਗੁਏਜ ਵਾਲੇ ਸਬਜੈਕਟ, ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ। ਇਸ ਤੋਂ ਬਾਅਦ ਆ ਗਿਆ ਜੀ SST, ਮੈਥ ਅਤੇ ਸਾਇੰਸ। ਇਹ ਜਿਹੜੇ 6 ਸਬਜੈਕਟ ਨੇ ਜੀ ਇਹ ਤੁਹਾਨੂੰ ਵੇਖਣ ਨੂੰ ਮਿਲਦੇ ਨੇ। ਐਂਡ ਮੈਂ ਟੈਲੀਗ੍ਰਾਮ ਚੈਨਲ ਜਿਹੜੀ ਹੈਗੀ ਹੈ ਜੀ ਆਪਣੀ ਐਪ, ਇਹਨੂੰ ਵੀ ਮੈਂ ਓਪਨ ਕਰ ਲੈਣਾ, ਕਿਉਂਕਿ ਇੱਥੇ ਜਿਹੜੇ ਸਟੂਡੈਂਟ ਸੀਗੇ ਜੀ ਆਪਣੇ ਸਾਥੀ ਸੀਗੇ, ਟੀਚਰ ਸਾਥੀ, ਉਹਨਾਂ ਨੇ ਆਪਦੇ ਜਿਹੜੇ ਪ੍ਰਸ਼ਨ ਹੈਗੇ ਆ ਜੀ ਇੱਥੇ ਪੋਸਟ ਕੀਤੇ ਹੋਏ ਆ। ਸੋ ਮੈਂ ਇੱਥੇ ਪੜ੍ਹ ਕੇ ਜਿੰਨੇ ਵੀ ਪ੍ਰਸ਼ਨ ਤੁਸੀਂ ਪੁੱਛੇ ਹੋਏ ਸੀਗੇ ਜੀ, ਮੈਂ ਕੋਸ਼ਿਸ਼ ਕਰੂੰਗਾ ਕਿ ਤੁਹਾਡੇ ਸਾਰੇ ਹੀ ਕੁਐਸਚਨਾਂ ਦੇ ਜਿਹੜੇ ਜਵਾਬ ਹੈਗੇ ਨੇ ਜੀ ਉਹ ਦੇ ਦਿੱਤੇ ਜਾਣ। ਅਤੇ ਜਨਰਲੀ ਜਿਹੜੇ ਹੋਰ ਵੀ ਕੁਐਸਚਨ ਹੈਗੇ ਆ ਜੀ, ਜਿਵੇਂ ਕਿ ਅੱਜ ਦੀ ਵੀਡੀਓ ਵਿੱਚ ਆਪਾਂ ਮੇਨਲੀ ਗੱਲ ਕਰਾਂਗੇ ਮਾਸਟਰ ਕਾਡਰ ਦੇ ਸਿਲੇਬਸ ਤੋਂ ਸੰਬੰਧਿਤ ਐਂਡ ਉਹਦੀ ਜਿਹੜੀ ਐਲੀਜੀਬਿਲਟੀ ਹੁੰਦੀ ਆ, ਇੱਕ 55% ਵਾਲੀ ਜਿਹੜੀ ਗੱਲ ਹੈਗੀ ਆ ਜੀ ਐਲੀਜੀਬਿਲਟੀ ਵਿੱਚ ਹੀ। ਇਹਦੇ ਬਾਰੇ ਕਾਫੀ ਸਾਰੇ ਜਿਹੜੇ ਸਟੂਡੈਂਟ ਸੀਗੇ ਜੀ ਉਹ ਵੀ ਦੁਬਿਧਾ ਵਿੱਚ ਹੈਗੇ ਆ, ਅਤੇ ਇਹ ਪ੍ਰਸ਼ਨ ਵੀ ਵਾਰ-ਵਾਰ ਪੁੱਛਿਆ ਜਾ ਰਿਹਾ ਸੀਗਾ। ਇਹਦੇ ਬਾਰੇ ਵੀ ਗੱਲ ਆਪਾਂ ਜ਼ਰੂਰ ਕਰਾਂਗੇ। ਐਂਡ ਇਸ ਤੋਂ ਇਲਾਵਾ ਆਪਾਂ ਗੱਲ ਕਰਾਂਗੇ ਕਿ ਜਿਹੜੇ ਸਾਥੀ ਨੇ ਕਿ ਉਹ ਸਬਜੈਕਟ ਕੰਬੀਨੇਸ਼ਨ ਕੀ ਬਣਾਉਣਗੇ ਕਿ ਉਹ ਐਲੀਜੀਬਲ ਹੋਣਗੇ ਆਪਦੇ ਮਾਸਟਰ ਕਾਡਰ ਦੇ ਪੇਪਰ ਲਈ। ਕਿਉਂਕਿ ਕੁਝ ਸਾਥੀ ਇਹੋ ਜਿਹੇ ਹੁੰਦੇ ਨੇ PS ਟੈਟ ਦਾ ਪੇਪਰ ਤਾਂ ਪਾਸ ਕਰ ਲੈਂਦੇ ਨੇ, ਬਟ ਉਹਨਾਂ ਦਾ ਜਿਹੜਾ ਐਕਚੁਅਲ ਦੇ ਵਿੱਚ ਜਿਹੜਾ ਸਹੀ ਕੰਬੀਨੇਸ਼ਨ ਹੈਗਾ ਜੀ ਨਾ ਬਣਨ ਕਰਕੇ ਉਹਨਾਂ ਦਾ ਜਿਹੜਾ PS ਟੈਟ ਦਾ ਪੇਪਰ ਪਾਸ ਕੀਤਾ ਹੋਇਆ ਵੀ ਵੇਸਟ ਹੋ ਜਾਂਦਾ ਹੈ। ਸੋ ਇਹਦੀ ਗੱਲ ਵੀ ਆਪਾਂ ਜ਼ਰੂਰ ਕਰਾਂਗੇ। ਐਂਡ ਜਿਹੜੇ ਸਾਥੀ ਹੁੰਦੇ ਨੇ ਜੀ ਸਾਇੰਸ ਵਾਲੇ ਜਾਂ ਫਿਰ SST ਵਾਲੇ, ਉਹਨਾਂ ਸਾਥੀਆਂ ਨੂੰ ਕੀ ਕੁਝ ਪੜ੍ਹਨਾ ਪੈਂਦਾ ਹੈ, ਕਿਉਂਕਿ SST ਵਿੱਚ ਤਾਂ ਕਿੰਨੇ ਸਾਰੇ ਸਬਜੈਕਟ ਹੁੰਦੇ ਨੇ। ਮਾਸਟਰ ਕਾਡਰ ਦਾ ਪੇਪਰ ਤੁਹਾਡਾ 150 ਨੰਬਰਾਂ ਦਾ ਹੁੰਦਾ ਹੈ, ਅਤੇ ਤੁਹਾਨੂੰ ਇਹੋ ਜਿਹਾ ਕੀ ਕੁਝ ਪੜ੍ਹਨਾ ਪਊਗਾ, ਕਿੰਨੇ ਸਬਜੈਕਟ ਪੜ੍ਹਨੇ ਪੈਣੇ ਆ ਜਿਹਦੇ ਨਾਲ ਤੁਸੀਂ ਪੇਪਰ ਵਿੱਚ ਐਲੀਜੀਬਲ ਹੋਵੋਗੇ ਜਾਂ ਫਿਰ ਪੇਪਰ ਤੁਸੀਂ ਪਾਸ ਕਰਨਾ ਹੈ। ਸੋ ਦੋਸਤੋ, ਸ਼ੁਰੂਆਤ ਕਰਦੇ ਹਾਂ ਅੱਜ ਦੀ ਆਪਣੀ ਵੀਡੀਓ ਦੀ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਜਿਹੜਾ ਚੈਨਲ 'ਤੇ ਸਬਸਕ੍ਰਾਈਬ ਬਟਨ ਹੋਏਗਾ ਜੀ ਉਹਨੂੰ ਜ਼ਰੂਰ ਪ੍ਰੈਸ ਕਰ ਲਿਓ, ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਐਂਡ ਐਜੂਕੇਸ਼ਨਲ ਵੀਡੀਓਜ਼ ਬਣਾਉਂਦੇ ਰਹਿੰਦੇ ਹਾਂ। ਅਤੇ ਦੋਸਤੋ, ਜਿਹੜੀ ਮੈਂ PDF ਤੁਹਾਡੇ ਸਾਹਮਣੇ ਓਪਨ ਕੀਤੀ ਹੋਈ ਹੈ, ਇਹ PDF ਹੈਗੀ ਆ ਜੀ ਜਿਹੜੀ ਆਪਣੀ ਲਾਸਟ ਰਿਕਰੂਟਮੈਂਟ ਹੋਈ ਸੀਗੀ। ਹਾਲਾਂਕਿ ਉਹਨਾਂ ਦੀ ਚੰਗੇ ਤਰੀਕੇ ਨਾਲ ਅਪੁਆਇੰਟਮੈਂਟ ਵੀ ਨਹੀਂ ਹੋਈ, ਮੇ ਬੀ ਸ਼ਾਇਦ ਛੁੱਟੀਆਂ ਵਿੱਚ ਉਹਨਾਂ ਦੀ ਅਪੁਆਇੰਟਮੈਂਟ ਹੋ ਜਾਵੇ, ਉਹਨਾਂ ਨੂੰ ਜਿਹੜੇ ਸਕੂਲ ਹੈਗੇ ਜੀ ਉਹ ਮਿਲ ਜਾਣ। ਅਤੇ ਆਪਾਂ ਉਸ ਜਿਹੜੀ ਰਿਕਰੂਟਮੈਂਟ ਆਈ ਸੀਗੀ ਜੀ, ਨੋਟੀਫਿਕੇਸ਼ਨ ਆਈ ਸੀ, ਉਸ ਆਧਾਰ 'ਤੇ ਹੀ ਮੈਂ ਤੁਹਾਨੂੰ ਜਿਹੜੀ ਜਾਣਕਾਰੀ ਹੈਗੀ ਆ ਜੀ ਉਹ ਦੇਣ ਜਾ ਰਿਹਾ ਹਾਂ। ਸੋ ਸ਼ੁਰੂਆਤ ਕਰਦੇ ਹਾਂ ਜੀ ਅੱਜ ਦੀ ਆਪਣੀ ਵੀਡੀਓ ਦੀ। ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ ਕਿ ਜਿਹੜੇ 6 ਜਿਹੜੇ ਸਬਜੈਕਟ ਹੈਗੇ ਆ ਜੀ ਮਾਸਟਰ ਕਾਡਰ ਦੇ, ਇਹ ਤੁਹਾਨੂੰ ਵੇਖਣ ਨੂੰ ਮਿਲਦੇ ਆ। ਅਤੇ ਮਾਸਟਰ ਕਾਡਰ ਦਾ ਪੇਪਰ ਕੌਣ ਦੇ ਸਕਦਾ ਹੈ? ਅਤੇ ਮਾਸਟਰ ਕਾਡਰ ਦੇ ਜਦੋਂ ਤੁਸੀਂ ਮੰਨ ਲਓ ਪੇਪਰ ਕਲੀਅਰ ਕਰ ਲਿਆ, ਅਤੇ ਤੁਸੀਂ ਕਿਹੜੀਆਂ ਕਲਾਸਾਂ ਦੇ ਜਿਹੜੇ ਬੱਚੇ ਹੁੰਦੇ ਨੇ ਪੜ੍ਹਾਉਣ ਦੇ ਲਈ ਐਲੀਜੀਬਲ ਹੁੰਦੇ ਹੋ? ਸੋ ਮੰਨ ਲਓ ਤੁਸੀਂ PS ਟੈਟ ਦੀ ਪ੍ਰੀਖਿਆ 2 ਪਾਸ ਕਰ ਲੈਂਦੇ ਹੋ, ਉਸ ਤੋਂ ਬਾਅਦ ਤੁਸੀਂ ਮਾਸਟਰ ਕਾਡਰ ਦੀ ਪ੍ਰੀਖਿਆ ਦਿੰਦੇ ਹੋ। ਜਦੋਂ ਮਾਸਟਰ ਕਾਡਰ ਦੀ ਪ੍ਰੀਖਿਆ ਤੁਸੀਂ ਪਾਸ ਕਰ ਲਈ, ਅਤੇ ਤੁਸੀਂ ਜਿਹੜਾ 6ਵੀਂ ਤੋਂ ਲੈ ਕੇ 10ਵੀਂ ਤੱਕ ਦੇ ਜਿਹੜੇ ਬੱਚੇ ਹੁੰਦੇ ਨੇ ਜੀ ਉਹਨਾਂ ਨੂੰ ਪੜ੍ਹਾਉਣ ਦੇ ਲਈ ਐਲੀਜੀਬਲ ਹੋ ਜਾਂਦੇ ਹੋ। 6 ਸਬਜੈਕਟ ਬਾਰੇ ਮੈਂ ਤੁਹਾਨੂੰ ਦੱਸ ਹੀ ਦਿੰਦਾ ਜੀ, ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ, ਇਹ 3 ਹੋ ਗਏ ਜੀ ਲੈਂਗੁਏਜ ਦੇ ਵਿਸ਼ਾ। ਅਤੇ ਬਾਕੀ ਰਹਿ ਗਏ ਜਿਹੜੇ ਸਬਜੈਕਟ ਉਹ ਹੈਗੇ ਆ ਜੀ SST, ਮੈਥ ਅਤੇ ਸਾਇੰਸ। ਇਹ ਜਿਹੜੇ 6 ਸਬਜੈਕਟ ਨੇ ਜੀ ਤੁਹਾਨੂੰ ਵੇਖਣ ਨੂੰ ਮਿਲਦੇ ਆ ਕਿਹਦੇ ਵਿੱਚ? ਮਾਸਟਰ ਕਾਡਰ ਦੇ ਵਿੱਚ। ਅਤੇ ਦੋਸਤੋ, ਹਰ ਵਾਰ ਇਹਨਾਂ ਦਾ ਜਿਹੜਾ ਐਲੀਜੀਬਿਲਟੀ ਕ੍ਰਾਈਟੇਰੀਆ ਹੁੰਦਾ ਨਾ, ਇਹ ਤੁਹਾਨੂੰ ਥੋੜ੍ਹਾ ਬਹੁਤ ਚੇਂਜ ਹੋਇਆ ਵੇਖਣ ਨੂੰ ਮਿਲ ਸਕਦਾ ਹੈ, ਕਿਉਂਕਿ ਆਪਾਂ ਨੂੰ ਨਹੀਂ ਪਤਾ ਨੈਕਸਟ ਰਿਕਰੂਟਮੈਂਟ ਜਦੋਂ ਵੀ ਆਊਗੀ ਉੱਥੇ ਟਰਮ ਐਂਡ ਕੰਡੀਸ਼ਨਸ ਕੀ ਹੋਣਗੀਆਂ, ਕਿਉਂਕਿ ਇਹ ਤਾਂ ਡਿਪੈਂਡ ਕਰਦਾ ਨਾ ਉਸ ਸਿਚੁਏਸ਼ਨ ਦੇ ਅਕੋਰਡਿੰਗ ਕਿ ਉਸ ਟਾਈਮ ਦੇ ਵਿੱਚ ਕੀ ਕੁਝ ਉਹਨਾਂ ਨੇ ਲਿਖਿਆ ਹੋਇਆ। ਜਿਵੇਂ ਕਿ ਆਪਾਂ ਗੱਲ ਕਰਦੇ ਹਾਂ ਜਦੋਂ 35-82 ਦੀ ਭਰਤੀ ਆਈ ਸੀਗੀ, ਇਸ ਤੋਂ ਪਹਿਲਾਂ ਵਾਲੀਆਂ ਜਿਹੜੀਆਂ ਭਰਤੀਆਂ ਆਈਆਂ ਸੀਗੀਆਂ 37, 4, 23, 92, 41, 61 ਤੋਂ ਪਹਿਲਾਂ ਮਾਸਟਰ ਕਾਡਰ ਦੀ ਮੈਂ ਗੱਲ ਕਰ ਰਿਹਾ, ਉੱਥੇ ਜਿਵੇਂ ਕਿ ਸਾਇੰਸ ਦੇ ਸਬਜੈਕਟ ਵਿੱਚ ਉਹ ਕਹਿੰਦੇ ਸੀਗੇ ਕਿ ਤੁਸੀਂ 5 ਸਬਜੈਕਟਾਂ ਵਿੱਚੋਂ ਸਿਰਫ 2 ਸਬਜੈਕਟ ਹੀ ਪੜ੍ਹਨੇ ਹੁੰਦੇ ਆ,
75 ਨੰਬਰ ਦਾ ਤੁਹਾਨੂੰ ਪੇਪਰ ਆ ਜਾਂਦਾ ਸੀਗਾ। ਬਟ ਐਤਕੀ ਕੀ ਹੋਇਆ ਜੀ, ਹੁਣ ਵਾਲੇ ਜਿੰਨੇ ਵੀ ਪੇਪਰ ਹੋਏ ਆ ਉਹਦੇ ਵਿੱਚ ਤੁਹਾਨੂੰ 3 ਸਬਜੈਕਟ ਪੜ੍ਹਨੇ ਪੈਂਦੇ ਆ। ਹੁਣ ਜਿਹੜੇ ਸਾਇੰਸ ਵਾਲੇ ਜਿਹੜੇ ਸਟੂਡੈਂਟ ਹੋਣਗੇ ਉਹ ਮੇਰੀਆਂ ਗੱਲਾਂ ਨੂੰ ਸਮਝ ਪਾ ਰਹੇ ਹੋਣੇ ਆ, ਕਿਉਂਕਿ ਤੁਹਾਨੂੰ ਸਾਇੰਸ ਵਿੱਚ ਵੀ 5 ਵਿਸ਼ਾ ਵੇਖਣ ਨੂੰ ਮਿਲਦੇ ਨੇ। ਜਿਵੇਂ ਕਿ ਨਾਨ ਮੈਡੀਕਲ ਵਾਲੇ ਜਿਹੜੇ ਸਟੂਡੈਂਟ ਹੁੰਦੇ ਨੇ ਉਹ ਹੋਰ ਵਿਸ਼ਾ ਪੜ੍ਹਦੇ ਹੈਗੇ ਆ, ਤੇ ਜਿਹੜੇ ਮੈਡੀਕਲ ਵਾਲੇ ਜਿਹੜੇ ਸਟੂਡੈਂਟ ਹੁੰਦੇ ਨੇ ਜੀ ਉਹ ਹੋਰ ਸਬਜੈਕਟ ਪੜ੍ਹਦੇ ਨੇ। ਜਿਵੇਂ ਕਿ ਫਿਜ਼ਿਕਸ, ਕੈਮਿਸਟਰੀ, ਮੈਥ ਕੌਣ ਪੜ੍ਹਦਾ ਜੀ, ਨਾਨ ਮੈਡੀਕਲ ਵਾਲੇ ਪੜ੍ਹਦੇ ਨੇ। ਤੇ ਬਾਇਓਲੋਜੀ ਵਾਲੇ ਜਿਹੜੇ ਹੋਰ ਸਟੂਡੈਂਟ ਹੁੰਦੇ ਨੇ, ਬੋਟਨੀ, ਜੂਲੋਜੀ ਵਗੈਰਾ, ਕੈਮਿਸਟਰੀ, ਇਹੋ ਜਿਹੇ ਸਬਜੈਕਟ ਜਿਹੜੇ ਹੈਗੇ ਨੇ ਜੀ ਇਹ ਮੈਡੀਕਲ ਸਟੂਡੈਂਟ ਦੁਆਰਾ ਪੜ੍ਹੇ ਜਾਂਦੇ ਆ। ਤੇ ਹੁਣ ਆਪਾਂ ਗੱਲ ਕਰ ਲੈਂਦੇ ਆ ਇਹਨਾਂ ਦੀ ਐਲੀਜੀਬਿਲਟੀ ਦੀ। ਬਾਕੀ ਦੋਸਤੋ 55% ਵਾਲੀ ਜਿਹੜੀ ਗੱਲ ਹੈਗੀ ਆ ਨਾ, ਤੇ ਪੰਜਾਬੀ ਵਿਸ਼ਾ ਦਾ ਜਿਹੜਾ ਇੱਕ ਪੇਪਰ ਹੋਣਾ ਹੈ ਕੰਪਲਸਰੀ, ਇਹਦੇ ਰਿਗਾਰਡਿੰਗ ਮੈਂ ਕੋਈ ਵੀ ਗੱਲ ਨਹੀਂ ਕਰੂੰਗਾ। ਇਹਦੇ ਪਿੱਛੇ ਰੀਜ਼ਨ ਇਹ ਆ ਕਿ ਹੁਣ ਆਪਾਂ ਨੂੰ ਨਹੀਂ ਪਤਾ ਇਹ ਜਿਹੜੀ 55% ਵਾਲੀ ਜਿਹੜੀ ਸ਼ਰਤ ਹੈਗੀ ਆ ਮਾਸਟਰ ਕਾਡਰ ਦੀ ਜਦੋਂ ਨੈਕਸਟ ਭਰਤੀ ਆਊਗੀ ਉਹਦੇ ਵਿੱਚ ਉਹ ਰੱਖਣਗੇ ਜਾਂ ਨਹੀਂ ਰੱਖਣਗੇ। ਸੋ ਮੈਂ ਆਪਦੇ ਵੱਲੋਂ ਐਵੇਂ ਤੀਰ ਤੁੱਕੇ ਲਾਈ ਜਾਵਾਂ ਉਹਦਾ ਕੋਈ ਫਾਇਦਾ ਨਹੀਂ ਹੋਣਾ ਜੀ। ਸੋ ਆਪਾਂ ਵੇਟ ਕਰਾਂਗੇ ਮਾਸਟਰ ਕਾਡਰ ਦੀ ਰਿਕਰੂਟਮੈਂਟ ਦਾ। ਬਾਕੀ ਆਪਣੇ ਪੰਜਾਬ ਦੇ ਸਿੱਖਿਆ ਮੰਤਰੀ ਨੇ ਕਿਹਾ ਹੀ ਹੋਇਆ ਕਿ ਹਰ ਸਾਲ ਤੁਹਾਨੂੰ ਮਾਸਟਰ ਕਾਡਰ ਦੀ ਜਿਹੜੀ ਭਰਤੀ ਹੈਗੀ ਆ ਜੀ ਇਹ ਵੇਖਣ ਨੂੰ ਮਿਲੇਗੀ। ਬੇਸ਼ੱਕ ਸਾਲ ਬਾਅਦ ਆਵੇ, 2 ਸਾਲ ਬਾਅਦ ਆਵੇ, ਇਹ ਗੱਲਾਂ ਤਾਂ ਚਲੋ ਮੈਟਰ ਨਹੀਂ ਕਰਦੀਆਂ, ਬਟ ਤੁਹਾਨੂੰ ਇਹ ਜਿਹੜੀ ਜਾਣਕਾਰੀ ਹੈਗੀ ਆ ਇਹ ਹੋਊਗੀ, ਫਿਰ ਹੀ ਤੁਸੀਂ ਆਪਦੇ ਪੇਪਰ ਦੀ ਜਿਹੜੀ ਤਿਆਰੀ ਹੈਗੀ ਆ ਜੀ ਉਹ ਕਰ ਸਕਦੇ ਹੋ। ਸੋ ਦੋਸਤੋ ਮੈਂ ਗੱਲ ਕਰ ਰਿਹਾ ਸੀਗਾ ਜੀ ਮਾਸਟਰ ਕਾਡਰ ਦੀ। ਮਾਸਟਰ ਕਾਡਰ ਦੀ ਆਪਾਂ ਇੱਕ ਪੰਜਾਬੀ ਦੇ ਵਿਸ਼ਾ ਵਾਲੇ ਦੀ ਗੱਲ ਕਰ ਰਹੇ ਸੀਗੇ ਕਿ ਇੱਕ ਜਿਹੜਾ ਕੰਪਲਸਰੀ ਜਿਹੜਾ ਪੇਪਰ ਹੋਊਗਾ ਜੀ ਕੀ ਉਹ ਸਾਰਿਆਂ ਦਾ ਹੋਊਗਾ। ਵੈਸੇ ਦੋਸਤੋ ਇਹਦੇ ਬਾਰੇ ਵੀ ਆਪਾਂ ਕੁਝ ਨਹੀਂ ਕਹਿ ਸਕਦੇ, ਕਿਉਂਕਿ ਹਜੇ ਤੱਕ ਤਾਂ ਉਹ ETT ਦੇ ਪੇਪਰ ਦੇ ਵਿੱਚ ਹੀ ਹੋਇਆ ਸੀਗਾ, ਇੱਕ ਹੋਰ ਸ਼ਾਇਦ ਐਗਜ਼ਾਮ ਸੀਗਾ ਉਹਦੇ ਵਿੱਚ ਉਹਨਾਂ ਨੇ ਪੇਪਰ ਲਿਆ ਸੀਗਾ। ਬਾਕੀ ਇਹਦੇ ਬਾਰੇ ਆਪਾਂ ਜਦੋਂ ਰਿਕਰੂਟਮੈਂਟ ਦਾ ਨੋਟੀਫਿਕੇਸ਼ਨ ਆਇਆ ਉਦੋਂ ਹੀ ਆਪਾਂ ਇਹਦੀ ਗੱਲ ਕਰ ਸਕਦੇ ਹਾਂ। ਹੋਪਸੋ ਇਹ 2 ਗੱਲਾਂ ਤਾਂ ਕਲੀਅਰ ਹੋ ਗਈਆਂ ਹੋਣਗੀਆਂ। ਹੁਣ ਆਪਾਂ ਐਲੀਜੀਬਿਲਟੀ ਦੀ ਗੱਲ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਆਪਾਂ ਕੁਝ ਜਿਹੜੇ ਕੁਐਸਚਨਸ ਹੈਗੇ ਆ ਜੀ ਇਹਦੀ ਵੀ ਗੱਲ ਕਰਦੇ ਹਾਂ। ਕਿ ਪਹਿਲਾ ਜਿਹੜਾ ਪ੍ਰਸ਼ਨ ਇਹਨਾਂ ਨੇ ਪੁੱਛਿਆ ਹੋਇਆ ਕਿ ਸਰ ਪਲੀਜ਼ SAT ਦੇ ਸਬਜੈਕਟ ਚੋਇਸ 'ਤੇ ਵੀਡੀਓ ਬਣਾਓ। ਸ਼ਾਇਦ SST ਬਾਰੇ ਪੁੱਛ ਰਹੇ ਹੋਣੇ ਆ ਕਿ ਸਰ SST ਦੇ ਜਿਹੜੇ ਸਬਜੈਕਟ ਚੋਇਸ ਨੇ ਜੀ ਉਹਨਾਂ ਦੀ ਗੱਲ ਇਹ ਪੁੱਛ ਰਹੇ ਹੈਗੇ ਆ ਜੀ। ਟੈਲੀਗ੍ਰਾਮ ਚੈਨਲ 'ਤੇ ਮੈਸੇਜ ਆਇਆ ਸੀਗਾ। ਆਪਣੇ ਟੈਲੀਗ੍ਰਾਮ ਚੈਨਲ ਤੁਸੀਂ ਜ਼ਰੂਰ ਜੁਆਇਨ ਕਰ ਲਿਓ, ਉੱਥੇ ਆਪਾਂ ਐਕਟਿਵ ਰਹਿੰਦੇ ਹਾਂ। ਤੇ ਉਹਦੇ ਵਿੱਚ ਸ਼ਾਇਦ ਉਹ SST ਬਾਰੇ ਪੁੱਛ ਰਿਹਾ, ਤੇ ਆਪਾਂ SST ਦੀ ਗੱਲ ਕਰ ਲੈਂਦੇ ਹਾਂ ਕਿ SST ਦੇ ਵਿੱਚ ਮੇਨ ਤੁਹਾਨੂੰ 4 ਸਬਜੈਕਟ ਵੇਖਣ ਨੂੰ ਮਿਲਦੇ ਆ। ਕਿਹੜੇ 4 ਸਬਜੈਕਟ ਵੇਖਣ ਨੂੰ ਮਿਲਦੇ ਆ ਜੀ? ਇੱਕ ਤਾਂ ਹੋ ਗਿਆ ਜੀ ਤੁਹਾਡੀ ਪੋਲਿਟੀ ਦੇ ਨਾਲ ਆਪਾਂ ਕਹਿ ਸਕਦੇ ਹਾਂ ਜੀ ਤੁਹਾਡੀ ਹਿਸਟਰੀ ਦੇ ਨਾਲ ਤੁਹਾਨੂੰ ਵੇਖਣ ਨੂੰ ਮਿਲਦੀ ਆ ਜੀ ਇਕਨੋਮਿਕਸ ਐਂਡ ਜਿਓਗ੍ਰਾਫੀ। ਬਾਕੀ ਤੁਸੀਂ ਗ੍ਰੈਜੂਏਸ਼ਨ ਦੇ ਵਿੱਚ 2 ਸਬਜੈਕਟ ਤਾਂ ਤੁਸੀਂ ਜ਼ਰੂਰ ਪੜ੍ਹੇ ਹੋਣ 3 ਸਾਲ, ਤੇ ਇਹ 2 ਸਬਜੈਕਟ ਕਿਹੜੇ ਹੁੰਦੇ ਨੇ ਜੀ? 2 ਸਬਜੈਕਟ ਕੋਈ ਵੀ SST ਵਾਲੇ ਸਬਜੈਕਟ ਹੋ ਸਕਦੇ ਆ। ਇਹਦੇ ਵਿੱਚ ਤੁਹਾਡੀ ਸਾਈਕੋਲੋਜੀ ਵੀ ਹੋ ਸਕਦੀ ਹੈ, ਜਾਂ ਫਿਰ ਕਹਿ ਸਕਦੇ ਹਾਂ ਕਿ ਕੋਈ ਵੀ SST ਵਾਲੇ ਸਬਜੈਕਟ ਜਿਵੇਂ ਕਿ ਪੋਲਿਟੀ, ਹਿਸਟਰੀ, ਜਿਓਗ੍ਰਾਫੀ, ਇਕਨੋਮਿਕਸ, ਸੋਸ਼ੀਓਲੋਜੀ, ਇਸੇ ਤਰ੍ਹਾਂ ਹੋਰ ਵੀ ਕਾਫੀ ਸਾਰੇ ਜਿਹੜੇ ਵਿਸ਼ਾ ਹੁੰਦੇ ਨੇ ਜੀ, ਇਹਨਾਂ ਵਿੱਚੋਂ ਕੋਈ ਵੀ ਤੁਸੀਂ 2 ਵਿਸ਼ਾ ਪੜ੍ਹਿਆ ਹੋਵੇ। ਬਾਕੀ ਦੋਸਤੋ ਮੈਂ ਮਾਸਟਰ ਕਾਡਰ ਦੀ ਐਲੀਜੀਬਿਲਟੀ ਦੀ ਗੱਲ ਕਰ ਰਿਹਾ। ਇਹ ਨਾ ਸਮਝ ਲਿਓ ਕਿ KVS ਦੇ ਵਿੱਚ ਜਾਂ ਫਿਰ NVS ਦੇ ਵਿੱਚ ਵੀ ਇਹ ਸੇਮ ਕ੍ਰਾਈਟੇਰੀਆ ਹੁੰਦਾ ਹੈ। ਉੱਥੇ ਜਿਹੜਾ ਕ੍ਰਾਈਟੇਰੀਆ ਹੁੰਦਾ ਹੈ ਉਹ ਥੋੜ੍ਹਾ ਜਿਹਾ ਚੇਂਜ ਹੋਇਆ ਤੁਹਾਨੂੰ ਵੇਖਣ ਨੂੰ ਮਿਲ ਸਕਦਾ ਹੈ। ਹੁਣ ਆਪਾਂ ਗੱਲ ਕਰ ਰਹੇ ਸੀਗੇ SST ਦੇ ਤੁਸੀਂ ਕਿਹੜੇ 2 ਸਬਜੈਕਟ ਚੂਜ਼ ਕਰ ਸਕਦੇ ਹੋ। ਸੋ ਦੋਸਤੋ ਤੁਸੀਂ 2 ਸਬਜੈਕਟ ਉਹੀ ਚੂਜ਼ ਕਰੋਗੇ ਜਿਨ੍ਹਾਂ ਵਿੱਚ ਤੁਹਾਡਾ ਇੰਟਰਸਟ ਹੋਊਗਾ, ਜਾਂ ਫਿਰ ਜਿਨ੍ਹਾਂ ਵਿੱਚ ਤੁਹਾਡੀ ਜਿਹੜੀ ਪਕੜ ਹੈਗੀ ਆ ਜੀ ਉਹ ਬਹੁਤ ਵਧੀਆ ਹੋਊਗੀ। ਬਾਕੀ ਕੀ ਇਹ ਗੱਲ ਮੈਟਰ ਕਰਦੀ ਹੈ ਕਿ ਤੁਸੀਂ ਗ੍ਰੈਜੂਏਸ਼ਨ ਵਿੱਚ ਜਿਹੜਾ ਸਬਜੈਕਟ ਪੜ੍ਹਿਆ ਹੋਵੇ ਉਹੀ ਸਬਜੈਕਟ ਤੁਸੀਂ ਮਾਸਟਰ ਕਾਡਰ ਵਿੱਚ ਵੀ ਲੈਣਾ ਹੁੰਦਾ? ਸੋ ਇਹਦਾ ਜਿਹੜਾ ਜਵਾਬ ਹੈਗਾ ਜੀ ਬਿਲਕੁਲ ਨਹੀਂ। ਉਹ ਤੁਹਾਡੀ ਮਰਜ਼ੀ ਹੈਗੀ ਹੈ ਕਿ ਤੁਸੀਂ ਉਹਨਾਂ 4 ਸਬਜੈਕਟਾਂ ਦੇ ਵਿੱਚੋਂ ਕਿਹੜੇ 2 ਸਬਜੈਕਟ ਚੂਜ਼ ਕਰਨਾ ਚਾਹੁੰਦੇ ਹੋ। ਤੇ ਕਿਹੜੇ ਉਹ 4 ਸਬਜੈਕਟ ਨੇ ਜੀ? ਉਹ ਸਬਜੈਕਟ ਹੈਗੇ ਆ ਜੀ ਪੋਲਿਟੀ, ਹਿਸਟਰੀ, ਜਿਓਗ੍ਰਾਫੀ ਐਂਡ ਇਕਨੋਮਿਕਸ। ਇਹਨਾਂ 4 ਵਿੱਚੋਂ ਕੋਈ ਵੀ 2 ਸਬਜੈਕਟ ਤੁਸੀਂ ਚੂਜ਼ ਕਰ ਸਕਦੇ ਹੋ। 75 ਨੰਬਰ ਦਾ ਜਿਹੜਾ ਤੁਹਾਨੂੰ ਪੇਪਰ ਹੈਗਾ ਜੀ ਇਹ ਵੇਖਣ ਨੂੰ ਮਿਲੇਗਾ। ਇਹ ਆਪਾਂ ਗੱਲ ਕਰ ਲਈ ਸੀਗੀ SST ਦੇ ਕੰਬੀਨੇਸ਼ਨ ਬਾਰੇ। ਹੁਣ ਇਸ ਤੋਂ ਬਾਅਦ ਕਿਸੇ ਨੇ ਕੋਈ ਕੁਐਸਚਨ ਪੁੱਛਿਆ, ਇਹਦੇ ਬਾਰੇ ਵੀ ਆਪਾਂ ਵੇਖ ਲੈਂਦੇ ਹਾਂ ਕਿ ਇਹਦੇ ਵਿੱਚ ਕਟ ਆਫ ਦੀ ਵੀ ਗੱਲ ਕੀਤੀ ਜਾ ਰਹੀ ਹੈ। ਕਟ ਆਫ ਜਿਹੜੀ ਹੈਗੀ ਆ ਜੀ ਇਹ ਤੁਹਾਨੂੰ ਹਰ ਸਾਲ ਵੱਖਰੀ ਜਿਹੜੀ ਹੈਗੀ ਆ ਜੀ ਇਹ ਵੇਖਣ ਨੂੰ ਮਿਲ ਸਕਦੀ ਹੈ। ਤੇ ਬਾਕੀ ਪਰਸੈਂਟੇਜ ਵਾਲੀ ਜਿਹੜੀ ਗੱਲ ਹੈਗੀ ਆ ਇਹ ਵੀ ਕਾਫੀ ਸਾਰੇ ਜਿਹੜੇ ਸਟੂਡੈਂਟ ਹੈਗੇ ਆ ਜੀ ਉਹਨਾਂ ਤੋਂ ਪੁੱਛਿਆ ਜਾ ਰਿਹਾ ਸੀਗਾ। ਹੁਣ ਆਪਾਂ ਥੋੜ੍ਹਾ ਜਿਹਾ ਡਿਟੇਲ ਵਿੱਚ ਜਿਹੜੀ ਐਲੀਜੀਬਿਲਟੀ ਹੈਗੀ ਆ ਜੀ ਇਹਦੇ ਰਿਗਾਰਡਿੰਗ ਵੀ ਗੱਲ ਕਰ ਲੈਂਦੇ ਹਾਂ ਕਿ ਜਿਹੜੇ ਸਾਥੀ ਹੈਗੇ ਆ ਮੈਥ ਸਬਜੈਕਟ ਦੀ ਤਿਆਰੀ ਕਰ ਰਹੇ ਨੇ, ਤੇ ਮੈਥ ਸਬਜੈਕਟ ਲਈ ਐਲੀਜੀਬਲ ਕੌਣ ਹੋਊਗਾ? ਮੈਥ ਟੀਚਰ ਬਣਨ ਦੇ ਲਈ ਐਲੀਜੀਬਲ ਉਹੀ ਸਟੂਡੈਂਟ ਹੋਊਗਾ ਜਿਹਨੇ ਮੈਥ ਦਾ ਜਿਹੜਾ ਵਿਸ਼ਾ ਹੈਗਾ ਜੀ ਉਹ ਕਿੱਥੇ ਪੜ੍ਹਿਆ ਹੋਵੇ? ਆਪਦੀ ਗ੍ਰੈਜੂਏਸ਼ਨ ਵਿੱਚ ਪੜ੍ਹਿਆ ਹੋਵੇ। ਗ੍ਰੈਜੂਏਸ਼ਨ ਦੇ ਨਾਲ B.Ed ਵਿੱਚ ਵੀ ਉਹਨੇ ਟੀਚਿੰਗ ਆਫ ਮੈਥਮੈਟਿਕਸ ਦਾ ਜਿਹੜਾ ਵਿਸ਼ਾ ਹੈਗਾ ਜੀ ਉਹ ਪੜ੍ਹਿਆ ਹੋਵੇ, ਤੇ PS TET ਦਾ ਜਿਹੜਾ ਪੇਪਰ ਹੈਗਾ ਆ ਮੈਥ ਸਾਇੰਸ ਦੇ ਨਾਲ ਕਲੀਅਰ
ਕੀਤਾ ਹੋਵੇ ਤੇ ਉਹ ਜਿਹੜਾ ਕੈਂਡੀਡੇਟ ਹੈਗਾ ਜੀ ਉਹ ਕੀ ਬਣ ਸਕਦਾ ਹੈ, ਮੈਥ ਟੀਚਰ ਬਣਨ ਦੇ ਲਈ ਉਹ ਕੈਪੇਬਲ ਹੈਗਾ ਆ, ਐਲੀਜੀਬਲ ਹੈਗਾ ਆ ਐਂਡ ਉਹ ਮੈਥ ਦਾ ਜਿਹੜਾ ਮਾਸਟਰ ਕਾਡਰ ਹੈ ਉਹਦੇ ਵਿੱਚ ਅਪੀਅਰ ਹੋ ਸਕਦਾ ਹੈ। ਸੋ ਇਹ ਕਿਹਦੀ ਐਲੀਜੀਬਿਲਿਟੀ ਸੀਗੀ, ਇਹ ਸੀਗੀ ਜੀ ਮੈਥ ਦੀ ਐਲੀਜੀਬਿਲਿਟੀ। ਹੁਣ ਆਪਾਂ ਗੱਲ ਕਰਾਂਗੇ ਜੀ ਸਾਇੰਸ ਦੀ ਐਲੀਜੀਬਿਲਿਟੀ ਦੀ, ਕਿ ਸਾਇੰਸ ਵਿਸ਼ਾ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਨਾਨ ਮੈਡੀਕਲ ਵਾਲੇ ਸਟੂਡੈਂਟਸ ਦੀ, ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਮੈਡੀਕਲ ਵਾਲੇ ਸਟੂਡੈਂਟਸ ਦੀ। ਮੈਡੀਕਲ ਵਾਲੇ ਜਿਹੜੇ ਸਟੂਡੈਂਟ ਹੈਗੇ ਆ, ਆਪਾਂ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਆ ਜੀ ਜਿਹੜੇ ਨਾਨ ਮੈਡੀਕਲ ਵਾਲੇ ਸਟੂਡੈਂਟ ਹੁੰਦੇ ਨੇ, ਜਿਨ੍ਹਾਂ ਸਾਥੀਆਂ ਨੇ ਆਪਦੀ ਗ੍ਰੈਜੂਏਸ਼ਨ ਦੇ ਵਿੱਚ ਕੀ ਪੜ੍ਹਿਆ ਹੋਵੇ ਜੀ, ਆਪਦੇ ਗ੍ਰੈਜੂਏਸ਼ਨ ਦੇ ਵਿੱਚ ਉਹਨਾਂ ਨੇ ਜਿਹੜਾ ਸਬਜੈਕਟ ਹੈਗਾ ਜੀ ਫਿਜ਼ਿਕਸ ਕੈਮਿਸਟਰੀ ਐਂਡ ਮੈਥ ਸਬਜੈਕਟ ਪੜ੍ਹਿਆ ਹੋਵੇ, ਜਾਂ ਫਿਰ ਉਹਨਾਂ ਨੇ ਪਾਸ ਕੀਤੀ ਹੋਵੇ BSc ਫਿਜ਼ਿਕਸ ਐਂਡ ਮੈਥ ਨਾਲ, ਜਾਂ ਫਿਰ ਕੋਈ ਇਸ ਦੇ ਬਰਾਬਰ ਦੀ ਜਿਹੜੀ ਕੁਆਲੀਫਿਕੇਸ਼ਨ ਹੋਵੇ ਉਹ ਵੀ ਆਪਾਂ ਕਹਿ ਸਕਦੇ ਹਾਂ ਕਿ ਕੰਸੀਡਰ ਕੀਤੀ ਜਾਊਗੀ, ਬਟ ਉਹ UGC ਦੇ ਗਾਈਡਲਾਈਨਸ ਦੇ ਤਹਿਤ ਪਾਸ ਕੀਤੀ ਗਈ ਹੋਵੇ। ਤੇ ਇਹ ਗੱਲ ਸੀਗੀ ਜੀ ਨਾਨ ਮੈਡੀਕਲ ਦੀ, ਕਿ ਇਹ ਜਿਹੜੇ ਵਿਸ਼ਾ ਹੈਗੇ ਆ ਜੀ ਇਹ ਪੜ੍ਹੇ ਹੋਣ। ਇਸ ਤੋਂ ਬਾਅਦ ਜਦੋਂ ਆਪਾਂ ਗੱਲ ਕਰਦੇ ਹਾਂ ਕਿ B.Ed ਦੇ ਵਿੱਚ ਇਹਨਾਂ ਸਾਥੀਆਂ ਨੇ ਕਿਹੜਾ ਵਿਸ਼ਾ ਪੜ੍ਹਿਆ ਹੋਣਾ ਚਾਹੀਦਾ ਹੈ ਜੀ, ਟੀਚਿੰਗ ਆਫ ਜਿਹੜਾ ਸਾਇੰਸ ਸਬਜੈਕਟ ਹੁੰਦਾ ਹੈ B.Ed ਵਿੱਚ, ਇਹ ਇਹਨਾਂ ਨੇ ਜ਼ਰੂਰ ਪੜ੍ਹਿਆ ਹੋਵੇ। ਤੇ ਬਾਕੀ ਕੁਝ ਕਾਲਜ ਇਹੋ ਜਿਹੇ ਵੀ ਹੁੰਦੇ ਨੇ ਜਿਹੜੇ ਕਿ ਟੀਚਿੰਗ ਆਫ ਫਿਜ਼ੀਕਲ ਸਾਇੰਸ ਵੀ ਪੜ੍ਹਾ ਦਿੰਦੇ ਨੇ, ਤੇ ਜਿਨ੍ਹਾਂ ਸਾਥੀਆਂ ਨੇ ਫਿਜ਼ੀਕਲ ਸਾਇੰਸ ਪੜ੍ਹੀ ਹੋਵੇ ਜਾਂ ਫਿਰ ਸਾਇੰਸ ਪੜ੍ਹੀ ਹੋਵੇ ਤੇ ਉਹ ਵੀ ਜਿਹੜੇ ਕੈਂਡੀਡੇਟ ਹੁੰਦੇ ਨੇ ਉਹ ਐਲੀਜੀਬਲ ਹੁੰਦੇ ਨੇ ਕਿਹਦੇ ਲਈ ਜੀ, ਸਾਇੰਸ ਟੀਚਰ ਬਣਨ ਦੇ ਲਈ। ਬਾਕੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਕਿ ਆਪਾਂ ਪਰਸੈਂਟੇਜ ਦੀ ਗੱਲ ਬਿਲਕੁਲ ਵੀ ਨਹੀਂ ਕਰਾਂਗੇ, ਇਹ ਆਪਾਂ ਗੱਲ ਉਦੋਂ ਕਰਾਂਗੇ ਜਦੋਂ ਰਿਕਰੂਟਮੈਂਟ ਆਊਗੀ, ਕਿਉਂਕਿ ਆਪਾਂ ਹਜੇ ਇਹਦੇ ਬਾਰੇ ਕੋਈ ਗੱਲ ਨਹੀਂ ਕਹਿ ਸਕਦੇ, ਕਿਉਂਕਿ ਆਪਾਂ ਕੋਲ ਵੀ ਪ੍ਰੋਪਰ ਇਨਫੋਰਮੇਸ਼ਨ ਨਹੀਂ ਹੈਗੀ, ਨਾ ਹੀ ਕਿਸੇ ਕੋਲ ਤੁਹਾਨੂੰ ਵੇਖਣ ਨੂੰ ਮਿਲੂਗੀ ਇਹਦੇ ਬਾਰੇ ਕੋਈ ਵੀ ਇਨਫੋਰਮੇਸ਼ਨ, ਕਿਉਂਕਿ ਹਜੇ ਤੱਕ ਕੋਈ ਰਿਕਰੂਟਮੈਂਟ ਨਹੀਂ ਆਈ 41 ਕੱਟ ਤੋਂ ਬਾਅਦ। ਜਦੋਂ ਆਪਾਂ ਗੱਲ ਕਰਦੇ ਹਾਂ ਜਿਨ੍ਹਾਂ ਸਾਥੀਆਂ ਨੇ ਮੈਡੀਕਲ ਸਟਰੀਮ ਨਾਲ ਆਪਦੀ ਗ੍ਰੈਜੂਏਸ਼ਨ ਕੀਤੀ ਹੋਈ ਆ, ਉਹਨਾਂ ਸਾਥੀਆਂ ਨੇ ਇਹੋ ਜਿਹੇ ਕਿਹੜੇ ਸਬਜੈਕਟ ਪੜ੍ਹੇ ਹੋਣ ਕਿ ਉਹ ਆਪਦਾ ਜਿਹੜਾ ਪੇਪਰ ਹੈਗਾ ਜੀ ਐਜ਼ ਅ ਸਾਇੰਸ ਟੀਚਰ ਦੇ ਸਕਦੇ ਨੇ। ਸੋ ਉਹਨਾਂ ਨੇ ਦੋ ਜਿਹੜੇ ਸਬਜੈਕਟ ਹੁੰਦੇ ਨੇ, ਕਿਹੜੇ ਸਬਜੈਕਟ ਜੀ, ਬਾਇਓਲੋਜੀ ਫਿਜ਼ਿਕਸ ਕੈਮਿਸਟਰੀ ਜਾਂ ਫਿਰ BSc ਆਨਰਸ ਕੀਤੀ ਹੋਵੇ, ਇਹਨਾਂ ਦੋ ਸਬਜੈਕਟਾਂ ਦੇ ਨਾਲ ਮਤਲਬ ਕਿ ਹੋਣ ਇਹ ਦੋ ਸਬਜੈਕਟ ਐਟਲੀਸਟ ਹੋਣ, ਜਾਂ ਫਿਰ ਉਹਨਾਂ ਨੇ BSc ਆਨਰਸ ਕੀਤੀ ਹੋਵੇ। ਧਿਆਨ ਨਾਲ ਮੇਰੀਆਂ ਗੱਲਾਂ ਸੁਣਿਓ, ਬਾਇਓਲੋਜੀ ਫਿਜ਼ਿਕਸ ਕੈਮਿਸਟਰੀ ਇਹਨਾਂ ਵਿੱਚੋਂ ਘੱਟੋ ਘੱਟ ਦੋ ਜਿਹੜੇ ਸਬਜੈਕਟ ਹੈਗੇ ਆ ਜੀ ਉਹ ਪੜ੍ਹੇ ਹੋਣ, ਜਾਂ ਫਿਰ ਉਹਨਾਂ ਨੇ BSc ਆਨਰਸ ਕੀਤੀ ਹੋਵੇ। ਕਿਹੜੇ ਸਬਜੈਕਟਾਂ ਦੇ ਵਿੱਚ, BSc ਲਾਈਫ ਸਾਇੰਸ ਦੀ ਆਪਾਂ ਗੱਲ ਕਰ ਦਿੰਦੇ ਆ, ਜਾਂ ਫਿਰ BSc ਫਿਜ਼ੀਕਲ ਸਾਇੰਸ ਦੀ ਗੱਲ ਕਰ ਲੈਂਦੇ ਆ, ਜਾਂ ਫਿਰ ਉਹਨਾਂ ਨੇ BSc ਬਾਇਓਟੈਕਨੋਲੋਜੀ ਕੀਤੀ ਹੋਵੇ, ਜਾਂ ਫਿਰ BSc ਆਨਰਸ ਕੀਤੀ ਹੋਵੇ, BSc ਇੰਡਸਟਰੀਅਲ ਮਾਈਕਰੋਬਾਇਓਲੋਜੀ ਕੀਤੀ ਹੋਵੇ, ਜਾਂ ਫਿਰ BSc ਮਾਈਕਰੋਬਾਇਓਲੋਜੀ ਕੀਤੀ ਹੋਵੇ, ਜਾਂ ਫਿਰ BSc ਬਾਇਓਫਿਜ਼ਿਕਸ ਕੀਤੀ ਹੋਵੇ, ਜਾਂ ਫਿਰ ਉਹਨਾਂ ਨੇ BSc ਬਾਇਓਕੈਮਿਸਟਰੀ ਕੀਤੀ ਹੋਵੇ, BSc ਮਾਈਕਰੋਬੀਅਲ ਜਾਂ ਫਿਰ ਫੂਡ ਟੈਕਨੋਲੋਜੀ ਕੈਮਿਸਟਰੀ, BSc ਇੰਡਸਟਰੀਅਲ ਕੈਮਿਸਟਰੀ, BSc ਫੂਡਸ ਸਾਇੰਸ ਐਂਡ ਕੁਆਲਿਟੀ ਕੰਟਰੋਲ ਔਰ BSc ਮਾਈਕਰੋਬੀਅਲ ਫੂਡ ਟੈਕਨੋਲੋਜੀ, ਜਾਂ ਫਿਰ ਇਸ ਦੇ ਬਰਾਬਰ ਕੋਈ ਵੀ ਇਹੋ ਜਿਹੀ ਜੇਕਰ ਉਹਨਾਂ ਨੇ ਸਟੱਡੀ ਕੀਤੀ ਹੋਈ ਹੈ ਤੇ ਉਹ ਕੀ ਕਰ ਸਕਦੇ ਨੇ ਜੀ, ਸਾਇੰਸ ਟੀਚਰ ਬਣਨ ਦੇ ਲਈ ਅਪਲਾਈ ਕਰ ਸਕਦੇ ਨੇ, ਤੇ ਉਹਨਾਂ ਦਾ PSTET ਦਾ ਪੇਪਰ ਵੀ ਪਾਸ ਹੋਣਾ ਚਾਹੀਦਾ ਹੈ। ਤੇ B.Ed ਵਿੱਚ ਉਹਨਾਂ ਨੇ ਟੀਚਿੰਗ ਆਫ ਸਾਇੰਸ ਵਿਸ਼ਾ ਪੜ੍ਹਿਆ ਹੋਵੇ, ਟੀਚਿੰਗ ਆਫ ਫਿਜ਼ੀਕਲ ਸਾਇੰਸ ਪੜ੍ਹਿਆ ਹੋਵੇ, ਜਾਂ ਫਿਰ ਟੀਚਿੰਗ ਆਫ ਲਾਈਫ ਸਾਇੰਸ ਪੜ੍ਹਿਆ ਹੋਵੇ, ਤੇ ਉਹ ਬਣ ਸਕਦੇ ਨੇ ਜੀ, ਜਾਂ ਫਿਰ ਅਪਲਾਈ ਕਰਨ ਲਈ ਉਹ ਐਲੀਜੀਬਲ ਹੈਗੇ ਆ ਕਾਹਦੇ ਲਈ, ਸਾਇੰਸ ਮਾਸਟਰ ਜਾਂ ਫਿਰ ਮਿਸਟਰੈਸ ਲਈ। ਹੁਣ ਆਪਾਂ ਗੱਲ ਕਰ ਲੈਂਦੇ ਆ ਜੀ ਹਿੰਦੀ ਵਿਸ਼ਾ ਦੀ। ਜਿਹੜੇ ਸਟੂਡੈਂਟ ਜਾਂ ਫਿਰ ਕੈਂਡੀਡੇਟ ਜਾਂ ਫਿਰ ਜਿਹੜੇ ਵੀ ਆਪਣੇ ਟੀਚਰ ਸਾਥੀ ਹਿੰਦੀ ਮਾਸਟਰ ਜਾਂ ਫਿਰ ਮਿਸਟਰੈਸ ਬਣਨਾ ਚਾਹੁੰਦੇ ਨੇ, ਉਹਨਾਂ ਨੇ ਹਿੰਦੀ ਦਾ ਜਿਹੜਾ ਲਿਟਰੇਚਰ ਵਿਸ਼ਾ ਹੁੰਦਾ ਆ ਜਾਂ ਫਿਰ ਇਲੈਕਟਿਵ ਜਿਹੜਾ ਵਿਸ਼ਾ ਹੁੰਦਾ ਹੈ ਉਹ ਗ੍ਰੈਜੂਏਸ਼ਨ ਵਿੱਚ ਪੜ੍ਹਿਆ ਹੋਵੇ, ਤੇ ਉਹਨਾਂ ਦਾ PSTET ਦਾ ਪੇਪਰ ਜ਼ਰੂਰ ਪਾਸ ਹੋਵੇ। ਇਸ ਦੇ ਨਾਲ ਹੀ ਉਹਨਾਂ ਸਾਥੀਆਂ ਨੇ ਕਹਿ ਸਕਦੇ ਹਾਂ ਕਿ ਇਲੈਕਟਿਵ ਦਾ ਵਿਸ਼ਾ ਦੀ ਆਪਾਂ ਗੱਲ ਕਰ ਲਈ ਆ, B.Ed ਦੇ ਵਿੱਚ ਉਹਨਾਂ ਸਾਥੀਆਂ ਨੇ ਟੀਚਿੰਗ ਆਫ ਹਿੰਦੀ ਜਿਹੜਾ ਸਬਜੈਕਟ ਹੈਗਾ ਜੀ ਉਹ ਜ਼ਰੂਰ ਪੜ੍ਹਿਆ ਹੋਵੇ, ਫਿਰ ਉਹਨਾਂ ਦੀ ਜਿਹੜੀ ਕੰਪਲੀਟ ਐਲੀਜੀਬਿਲਟੀ ਹੈਗੀ ਆ ਹਿੰਦੀ ਸਬਜੈਕਟ ਦੇ ਟੀਚਰ ਬਣਨ ਦੇ ਲਈ ਉਹ ਪੂਰੀ ਹੋ ਜਾਂਦੀ ਹੈ। ਹਿੰਦੀ ਦੀ ਵੀ ਆਪਾਂ ਗੱਲ ਕਰ ਲਈ ਹੈ। ਇਸੇ ਤਰ੍ਹਾਂ ਹੀ ਜੇਕਰ ਆਪਾਂ ਪੰਜਾਬੀ ਦੀ ਗੱਲ ਕਰਦੇ ਹਾਂ, ਪੰਜਾਬੀ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਇਲੈਕਟਿਵ ਜਿਹੜਾ ਸਬਜੈਕਟ ਹੈਗਾ ਜੀ 3 ਸਾਲ ਲਈ ਘੱਟੋ ਘੱਟ ਮਤਲਬ ਕਿ ਹਰੇਕ ਸਾਲ ਜਿਹੜਾ ਇਲੈਕਟਿਵ ਦਾ ਜਿਹੜਾ ਵਿਸ਼ਾ ਹੈਗਾ ਜੀ ਉਹ ਪੜ੍ਹਿਆ ਹੋਵੇ ਗ੍ਰੈਜੂਏਸ਼ਨ ਦੇ ਵਿੱਚ, ਤੇ ਉਹਨਾਂ ਨੇ B.Ed ਜਿਹੜੀ ਕੀਤੀ ਹੋਵੇ ਕਿਸੇ ਵੀ ਰਿਕੋਗਨਾਈਜ਼ਡ ਯੂਨੀਵਰਸਿਟੀ ਦੇ ਵਿੱਚ, ਉਹਦੇ ਵਿੱਚ ਉਹਨਾਂ ਨੇ ਟੀਚਿੰਗ ਆਫ ਪੰਜਾਬੀ ਜਿਹੜਾ ਵਿਸ਼ਾ ਹੈਗਾ ਜੀ ਉਹ ਜ਼ਰੂਰ ਪੜ੍ਹਿਆ ਹੋਵੇ। ਸੋ ਉਹ ਜਿਹੜੇ ਕੈਂਡੀਡੇਟਸ ਨੇ ਜੀ ਉਹ ਪੰਜਾਬੀ ਮਾਸਟਰ ਕਾਡਰ ਦੇ ਲਈ ਐਲੀਜੀਬਲ ਹੋ ਜਾਣਗੇ। ਬਾਕੀ ਦੋਸਤੋ ਮੈਂ ਇੱਕ ਹੋਰ ਗੱਲ ਕਰ ਰਿਹਾ ਸੀਗਾ ਕਿ ਆਪਾਂ ਹੁਣੇ ਮੈਡੀਕਲ ਤੇ ਨਾਨ ਮੈਡੀਕਲ ਦੀ ਗੱਲ ਕਰਕੇ ਹਟੇ ਹਾਂ, ਜਿਹਦੇ ਵਿੱਚ ਮੈਂ ਇਹ ਕਹਿ ਰਿਹਾ ਸੀਗਾ ਕਿ ਜਿਹੜੇ ਸਾਥੀ ਹੁੰਦੇ ਨੇ ਜਦੋਂ ਇਹ ਮਾਸਟਰ ਕਾਡਰ ਦਾ ਪੇਪਰ ਦੇਣ ਜਾਣਗੇ
ਇੱਥੇ ਇਹਨਾਂ ਨੂੰ 5 ਜਿਹੜੇ ਸਬਜੈਕਟ ਹੈਗੇ ਆ ਜੀ ਇਹ ਵੇਖਣ ਨੂੰ ਮਿਲਦੇ ਆ। ਕਿੰਨੇ ਸਬਜੈਕਟ ਵੇਖਣ ਨੂੰ ਮਿਲਦੇ ਆ ਜੀ? 5 ਸਬਜੈਕਟ ਵੇਖਣ ਨੂੰ ਮਿਲਦੇ ਆ, ਜਿਵੇਂ ਕਿ ਜੂਲੋਜੀ, ਬੋਟਨੀ, ਫਿਜ਼ਿਕਸ, ਕੈਮਿਸਟਰੀ, ਮੈਥ। ਹੁਣ ਕੁਐਸਚਨ ਇਹ ਪੁੱਛਿਆ ਜਾ ਰਿਹਾ ਸੀਗਾ ਮੈਨੂੰ ਕਿ ਸਰ ਤੁਸੀਂ ਸਾਨੂੰ ਇਹ ਦੱਸੋ ਕਿ ਮੰਨ ਲਓ ਅਸੀਂ ਗ੍ਰੈਜੂਏਸ਼ਨ ਦੇ ਵਿੱਚ ਸਾਡੀ ਮੈਡੀਕਲ ਸਟਰੀਮ ਸੀਗੀ ਅਤੇ ਅਸੀਂ ਜਿਹੜਾ ਸਬਜੈਕਟ ਗ੍ਰੈਜੂਏਸ਼ਨ ਦੇ ਵਿੱਚ ਪੜ੍ਹਿਆ ਸੀ ਅਸੀਂ ਉਹ ਸਬਜੈਕਟ ਨਹੀਂ ਪੜ੍ਹਨਾ ਚਾਹੁੰਦੇ ਮਾਸਟਰ ਕਾਡਰ ਦੇ ਵਿੱਚ, ਜਾਂ ਫਿਰ ਕੀ ਅਸੀਂ ਮਾਸਟਰ ਕਾਡਰ ਦੇ ਵਿੱਚ ਹੋਰ ਸਬਜੈਕਟ ਨਾਲ ਆਪਦਾ ਜਿਹੜਾ ਪੇਪਰ ਹੈਗਾ ਜੀ ਉਹ ਦੇ ਸਕਦੇ ਹਾਂ? ਮੰਨ ਲਓ ਕੋਈ ਸਾਇੰਸ ਸਟਰੀਮ ਵਾਲਾ ਸਟੂਡੈਂਟ ਆ, ਕਹਿੰਦਾ ਕਿ ਯਾਰ ਮੈਂ ਤਾਂ ਦੇਣਾ ਹੀ ਮੈਥ ਨਾਲ ਆ, ਮੈਂ ਸਾਇੰਸ ਟੀਚਰ ਬਣਨਾ ਆ, ਪਰ ਮੈਂ ਮੈਥ ਦਾ ਜਿਹੜਾ ਕੰਬੀਨੇਸ਼ਨ ਹੈਗਾ ਨਾ, ਮਤਲਬ ਪੇਪਰ ਦੇਣ ਟਾਈਮ ਮੈਂ ਉਹ ਚੂਜ਼ ਕਰਨਾ ਆ। ਅਤੇ ਬਿਲਕੁਲ ਤੁਸੀਂ ਕਰ ਸਕਦੇ ਹੋ। ਮਤਲਬ ਇਹ ਕਿ ਇੱਥੇ ਜਿਹੜੇ ਵੀ 5 ਤੁਹਾਨੂੰ ਸਬਜੈਕਟ ਵੇਖਣ ਨੂੰ ਮਿਲਦੇ ਆ ਸਾਇੰਸ ਸਟਰੀਮ ਦੇ ਵਿੱਚ, ਤੁਸੀਂ ਭਾਵੇਂ ਗ੍ਰੈਜੂਏਸ਼ਨ ਦੇ ਵਿੱਚ ਉਹ ਵਿਸ਼ਾ ਪੜ੍ਹੇ ਹੋਏ ਆ, ਭਾਵੇਂ ਨਹੀਂ ਪੜ੍ਹੇ ਹੋਏ, ਤੁਸੀਂ ਇਹਨਾਂ 5 ਵਿੱਚੋਂ ਕੋਈ ਵੀ ਜਿਹੜੇ 3 ਸਬਜੈਕਟ ਹੈਗੇ ਆ ਜੀ ਉਹ ਚੂਜ਼ ਕਰ ਸਕਦੇ ਹੋ। ਐਂਡ ਇਹ ਤਿੰਨੇ ਸਬਜੈਕਟ 50-50 ਨੰਬਰ ਦੇ ਹੋਣਗੇ ਅਤੇ 150 ਨੰਬਰ ਬਣ ਜਾਣਗੇ। ਇਸ ਤੋਂ ਪਹਿਲਾਂ ਵਾਲੀਆਂ ਜਿਹੜੀਆਂ ਭਰਤੀਆਂ ਹੁੰਦੀਆਂ ਸੀਗੀਆਂ, ਜਿਵੇਂ ਕਿ 35-82 ਦੀ ਗੱਲ ਕਰ ਲੈਂਦੇ ਹਾਂ, ਜਾਂ ਫਿਰ ਐ ਸਮਝ ਲਓ ਤੁਸੀਂ 37-4 ਤੋਂ ਪਹਿਲਾਂ, 23-92 ਤੋਂ ਪਹਿਲਾਂ, ਜਾਂ ਫਿਰ 41-61 ਤੋਂ ਪਹਿਲਾਂ ਜਿੰਨੀਆਂ ਵੀ ਰਿਕਰੂਟਮੈਂਟਸ ਆਈਆਂ ਨੇ, ਇਸ ਤੋਂ ਪਹਿਲਾਂ ਸਿਰਫ 2 ਸਬਜੈਕਟ ਹੀ ਪੜ੍ਹਨੇ ਪੈਂਦੇ ਸੀ ਇਹਨਾਂ 50 ਸਬਜੈਕਟਸ ਦੇ ਵਿੱਚੋਂ ਦੀ। ਬਾਕੀ ਹੁਣ ਆਪਾਂ ਇਹ ਵੀ ਐਗਜ਼ੈਕਟ ਨਹੀਂ ਕਹਿ ਸਕਦੇ ਕਿ ਜਦੋਂ ਅਗਲੀ ਮਾਸਟਰ ਕਾਡਰ ਦੀ ਰਿਕਰੂਟਮੈਂਟ ਆਉਂਦੀ ਆ ਉੱਥੇ ਵੀ ਤੁਹਾਨੂੰ 3 ਸਬਜੈਕਟ ਹੀ ਵੇਖਣ ਨੂੰ ਮਿਲਣ। ਉੱਥੇ ਆਪਾਂ ਨੂੰ ਨਹੀਂ ਪਤਾ, ਕੀ ਪਤਾ 2 ਹੀ ਕਰ ਦੇਣ ਜਾਂ ਫਿਰ 3 ਹੀ ਰੱਖਣ। ਸੋ ਇਹਦੇ ਬਾਰੇ ਆਪਾਂ ਨਹੀਂ ਕਹਿ ਸਕਦੇ, ਬਟ ਜਨਰਲੀ ਜਿਹੜੀਆਂ ਹੁਣ ਪਿਛਲੀਆਂ ਰਿਕਰੂਟਮੈਂਟਸ ਹੋਈਆਂ ਨੇ ਉਹਦੇ ਵਿੱਚ ਉਹਨਾਂ ਨੇ 3 ਸਬਜੈਕਟਾਂ ਦੀ ਹੀ ਗੱਲ ਕਰੀ ਸੀਗੀ। ਹੋਪ ਸੋ ਇਹ ਗੱਲ ਤੁਹਾਨੂੰ ਕਲੀਅਰ ਹੋ ਗਈ ਹੋਣੀ ਆ। ਹੁਣ ਆਪਾਂ ਕਿਹਦੀ ਗੱਲ ਕਰ ਰਹੇ ਸੀ? ਆਪਾਂ ਹਿੰਦੀ ਦੀ ਗੱਲ ਕਰ ਲਈ ਸੀ, ਪੰਜਾਬੀ ਵਿਸ਼ਾ ਦੀ ਵੀ ਆਪਾਂ ਗੱਲ ਕਰ ਲਈ ਸੀਗੀ। ਪੰਜਾਬੀ ਤੋਂ ਬਾਅਦ ਆਪਾਂ ਸੋਸ਼ਲ ਸਾਇੰਸ ਦੀ ਗੱਲ ਕਰਦੇ ਹਾਂ। ਸੋਸ਼ਲ ਸਾਇੰਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਕੋਈ ਵੀ ਸਾਥੀ ਜਿਨ੍ਹਾਂ ਨੇ ਇੱਕ ਜਿਹੜਾ ਸਬਜੈਕਟ ਹੈਗਾ ਜੀ ਉਹ ਜ਼ਰੂਰ ਪੜ੍ਹਿਆ ਹੋਵੇ, ਇੱਕ ਨਹੀਂ ਆਪਾਂ ਗੱਲ ਕਰ ਰਹੇ ਹਾਂ ਕਿ 2 ਜਿਹੜੇ ਸਬਜੈਕਟ ਨੇ ਜੀ ਉਹ ਜ਼ਰੂਰ ਪੜ੍ਹੇ ਹੋਣ। ਕਿਹੜੇ ਕਿਹੜੇ ਸਬਜੈਕਟ ਨੇ ਜੀ? ਇਹ ਹੈਗੇ ਆ ਜੀ ਹਿਸਟਰੀ, ਪੋਲ ਸਾਇੰਸ, ਪਬਲਿਕ ਐਡਮਿਨਿਸਟ੍ਰੇਸ਼ਨ, ਸਾਈਕੋਲੋਜੀ, ਸੋਸ਼ੋਲੋਜੀ, ਇਕਨੋਮਿਕਸ, ਜਿਓਗ੍ਰਾਫੀ, ਫਿਲੋਸਫੀ, ਇਨਵਾਇਰਮੈਂਟਲ ਸਟੱਡੀਜ਼। ਨਾਲੇ ਇਹ ਸਬਜੈਕਟ ਜਿਹੜੇ 2 ਹੈਗੇ ਨੇ ਇਹ 3 ਸਾਲ ਪੜ੍ਹੇ ਹੋਣ, ਐਂਡ ਇਹਨਾਂ ਸਾਥੀਆਂ ਨੇ ਆਪਦਾ ਜਿਹੜਾ ਪੇਪਰ ਹੈਗਾ ਆ SST ਕੰਬੀਨੇਸ਼ਨ ਨਾਲ, PS ਟੈਟ ਦੀ ਮੈਂ ਗੱਲ ਕਰ ਰਿਹਾ, ਉਹ ਕਲੀਅਰ ਕੀਤਾ ਹੋਵੇ, ਫਿਰ ਹੀ ਤੁਸੀਂ SST ਮਾਸਟਰ ਜਾਂ ਫਿਰ ਮਿਸਟਰਸ ਬਣਨ ਦੇ ਲਈ ਐਲੀਜੀਬਲ ਹੁੰਦੇ ਹੋ। ਬਾਕੀ ਗੱਲ ਕਰਦੇ ਹਾਂ ਕਿ ਜਦੋਂ ਤੁਸੀਂ ਇਹ ਪੇਪਰ ਦੇਣ ਜਾਂਦੇ ਹੋ ਤੇ ਉੱਥੇ ਤਾਂ ਤੁਹਾਨੂੰ ਸਿਰਫ 4 ਸਬਜੈਕਟ ਵੇਖਣ ਨੂੰ ਮਿਲਦੇ ਨੇ। 4 ਸਬਜੈਕਟ ਕਿਹੜੇ ਕਿਹੜੇ ਨੇ ਜੀ? 4 ਜਿਹੜੇ ਸਬਜੈਕਟ ਨੇ ਉਹ ਹੈਗੇ ਆ ਜੀ ਹਿਸਟਰੀ, ਪੋਲ ਸਾਇੰਸ, ਪੋਲ ਸਾਇੰਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਜੀ ਇਕਨੋਮਿਕਸ ਐਂਡ ਜਿਓਗ੍ਰਾਫੀ। ਇਹ ਜਿਹੜੇ 4 ਸਬਜੈਕਟ ਨੇ ਇਹਨਾਂ ਵਿੱਚੋਂ ਹੀ ਤੁਸੀਂ ਕੋਈ 2 ਚੂਜ਼ ਕਰਨੇ ਹੁੰਦੇ ਨੇ। ਕਾਹਦੇ ਲਈ ਜੀ? ਮਾਸਟਰ ਕਾਡਰ ਦੀ ਪ੍ਰੀਖਿਆ ਦੇਣ ਲਈ। ਸੋ ਤੁਸੀਂ ਇਹ ਗੱਲਾਂ ਮੈਟਰ ਨਹੀਂ ਕਰਦੀਆਂ ਕਿ ਤੁਸੀਂ ਇਹ ਗ੍ਰੈਜੂਏਸ਼ਨ ਵਿੱਚ ਸਬਜੈਕਟ ਪੜ੍ਹੇ ਹੋਏ ਜਾਂ ਨਹੀਂ ਪੜ੍ਹੇ ਹੋਏ। ਜਿਵੇਂ ਕਿ ਮੈਂ ਆਪਦੀ ਗ੍ਰੈਜੂਏਸ਼ਨ ਦੀ ਗੱਲ ਕਰਦਾ ਹਾਂ, ਮੈਂ ਗ੍ਰੈਜੂਏਸ਼ਨ ਦੇ ਵਿੱਚ ਇਕਨੋਮਿਕਸ ਐਂਡ ਜਿਓਗ੍ਰਾਫੀ ਵਿਸ਼ਾ ਪੜ੍ਹਿਆ ਹੋਇਆ, ਬਟ ਜੇ ਮੈਂ ਚਾਹਾਂ ਤਾਂ ਮੈਂ ਪੋਲ ਸਾਇੰਸ ਅਤੇ ਹਿਸਟਰੀ ਕੰਬੀਨੇਸ਼ਨ ਰੱਖ ਕੇ ਵੀ ਮਾਸਟਰ ਕਾਡਰ ਦੀ ਪ੍ਰੀਖਿਆ ਦੇ ਸਕਦਾ ਹਾਂ। ਠੀਕ ਹੈ ਜੀ। ਐਂਡ ਤੁਸੀਂ ਕਹਿ ਸਕਦੇ ਹਾਂ ਕਿ B.Ed ਦੇ ਵਿੱਚ ਟੀਚਿੰਗ ਆਫ SST ਜ਼ਰੂਰ ਪੜ੍ਹਿਆ ਹੋਵੇ। ਕਈ ਜਿਹੜੇ ਸਾਥੀ ਹੁੰਦੇ ਨੇ ਟੀਚਿੰਗ ਆਫ ਹਿਸਟਰੀ ਸਬਜੈਕਟ ਉਹਨਾਂ ਨੇ ਪੜ੍ਹਿਆ ਹੁੰਦਾ, ਜਾਂ ਫਿਰ ਟੀਚਿੰਗ ਆਫ ਇਕਨੋਮਿਕਸ ਜਿਹੜਾ ਸਬਜੈਕਟ ਹੈਗਾ ਜੀ ਉਹ ਪੜ੍ਹਿਆ ਹੁੰਦਾ ਹੈ। ਸੋ ਉਹ ਜਿਹੜੇ ਸਾਥੀ ਨੇ ਮਾਸਟਰ ਕਾਡਰ ਦੇ ਲਈ ਐਲੀਜੀਬਲ ਨਹੀਂ ਹੈਗੇ ਜੇਕਰ ਤੁਸੀਂ ਟੀਚਿੰਗ ਆਫ SST ਜਿਹੜਾ ਸਬਜੈਕਟ ਹੈਗਾ ਜੀ ਇਹ ਨਹੀਂ ਪੜ੍ਹਿਆ ਹੋਇਆ। ਸੋ ਹੋਪ ਸੋ ਇਹ ਗੱਲ ਤੁਹਾਨੂੰ ਕਲੀਅਰ ਹੋ ਗਈ ਹੋਊਗੀ। ਹੁਣ ਆਪਾਂ ਗੱਲ ਕਰਦੇ ਹਾਂ ਅੰਗਰੇਜ਼ੀ ਵਿਸ਼ਾ ਦੀ। ਅੰਗਰੇਜ਼ੀ ਵਿਸ਼ਾ ਦੀ ਜਿਹੜੀ ਮੇਨ ਐਲੀਜੀਬਿਲਿਟੀ ਹੈਗੀ ਆ ਇਹਦੇ ਬਾਰੇ ਆਪਾਂ ਗੱਲ ਕਰ ਲੈਂਦੇ ਹਾਂ। ਹਾਲਾਂਕਿ ਮੈਂ ਆਪ ਵੀ ਇੱਕ ਅੰਗਰੇਜ਼ੀ ਮਾਸਟਰ ਹੀ ਹੈਗਾ ਆ ਐਜ਼ ਅਪੁਆਇੰਟਡ, ਅਤੇ ਮਤਲਬ ਮੇਰੀ ਅਪੁਆਇੰਟਮੈਂਟ ਐਜ਼ ਅੰਗਰੇਜ਼ੀ ਮਾਸਟਰ ਹੋਈ ਆ। ਅੰਗਰੇਜ਼ੀ ਮਾਸਟਰ ਬਣਨ ਦੇ ਲਈ ਜਾਂ ਫਿਰ ਅੰਗਰੇਜ਼ੀ ਮਿਸਟਰਸ ਬਣਨ ਦੇ ਲਈ ਤੁਹਾਡਾ ਜਿਹੜਾ ਮੇਨ ਐਲੀਜੀਬਿਲਿਟੀ ਕ੍ਰਾਈਟੇਰੀਆ ਕੀ ਹੈਗਾ ਜੀ? ਤੁਸੀਂ ਗ੍ਰੈਜੂਏਸ਼ਨ ਦੇ ਵਿੱਚ 3 ਸਾਲ ਕਹਿ ਸਕਦੇ ਹਾਂ ਕਿ ਇੰਗਲਿਸ਼ ਲਿਟਰੇਚਰ ਜਾਂ ਫਿਰ ਐਡੀਸ਼ਨਲ ਇੰਗਲਿਸ਼ ਜਾਂ ਫਿਰ ਇਲੈਕਟਿਵ ਇੰਗਲਿਸ਼ ਦਾ ਜਿਹੜਾ ਵਿਸ਼ਾ ਹੈਗਾ ਜੀ ਉਹ 3 ਸਾਲ ਪੜ੍ਹਿਆ ਹੋਵੇ। ਬਟ ਮੰਨ ਲਓ ਕਿਸੇ ਸਾਥੀ ਨੇ 3 ਜਿਹੜੇ ਸਾਲ ਹੈਗੇ ਆ ਉਹ ਨਹੀਂ ਸਟੱਡੀ ਕੀਤੀ, ਉਹਨਾਂ ਨੇ MA ਕੀਤੀ ਹੋਈ ਹੈ, ਉਹਨਾਂ ਨੇ MA ਇੰਗਲਿਸ਼ ਕੀਤੀ ਹੋਈ ਹੈ, ਇੱਥੇ ਲਿਖਿਆ ਵੀ ਹੋਇਆ, ਉਹਨਾਂ ਨੇ ਜਾਂ ਤਾਂ ਫਿਰ ਕੀਤੀ ਹੋਵੇ ਫੰਕਸ਼ਨਲ ਇੰਗਲਿਸ਼ ਨਾਲ, ਇੰਗਲਿਸ਼ ਲਿਟਰੇਚਰ ਨਾਲ, ਜਾਂ ਫਿਰ BA ਆਨਰਸ ਕੀਤੀ ਹੋਵੇ ਅੰਗਰੇਜ਼ੀ ਨਾਲ, ਜਾਂ ਫਿਰ ਗ੍ਰੈਜੂਏਸ਼ਨ ਆਨਰਸ ਜੋ ਕੁਝ ਵੀ ਹੈਗਾ ਆ, ਜਾਂ ਫਿਰ ਪੋਸਟ ਗ੍ਰੈਜੂਏਸ਼ਨ ਕੀਤੀ ਹੋਵੇ ਅੰਗਰੇਜ਼ੀ ਨਾਲ, ਉਹ ਕੈਂਡੀਡੇਟਸ ਵੀ ਐਲੀਜੀਬਲ ਹੁੰਦੇ ਨੇ ਮਾਸਟਰ ਕਾਡਰ ਦੀ ਪੋਸਟਾਂ ਲਈ। ਬਾਕੀ ਇਹ ਤਾਂ ਹੈਗੀਆਂ ਜੀ ਪੁਰਾਣੀ ਕਹਿ ਸਕਦੇ ਹਾਂ ਕਿ ਐਲੀਜੀਬਿਲਟੀਜ਼। ਬਾਕੀ ਨਵੀਆਂ ਦੇ ਵਿੱਚ ਵੀ ਤੁਹਾਨੂੰ ਥੋੜ੍ਹਾ ਬਹੁਤ ਬਦਲਾਅ ਵੇਖਣ ਨੂੰ ਮਿਲ ਸਕਦਾ ਹੈ। ਸੋ ਜਦੋਂ ਨਵੀਆਂ ਰਿਕਰੂਟਮੈਂਟਸ ਆਉਣਗੀਆਂ ਉਦੋਂ ਤਾਂ ਆਪਾਂ ਤੁਹਾਨੂੰ ਅਪਡੇਟ ਕਰ ਹੀ ਦੇਵਾਂਗੇ, ਬਟ ਫਿਲਹਾਲ ਤੁਸੀਂ ਮੰਨ ਕੇ ਚੱਲੋ ਇਹ ਜਿਹੜੀਆਂ ਮੇਨ ਐਲੀਜੀਬਿਲਿਟੀ ਕ੍ਰਾਈਟੇਰੀਆ ਹੈ ਤੁਹਾਨੂੰ ਵੇਖਣ ਨੂੰ ਮਿਲਦਾ ਹੈ। ਅਤੇ ਆਪਾਂ ਇਹ ਵੀ ਮੰਨ ਸਕਦੇ ਹਾਂ ਕਿ ਤੁਸੀਂ B.Ed ਦੇ ਵਿੱਚ
ਟੀਚਿੰਗ ਆਫ ਇੰਗਲਿਸ਼ ਜਿਹੜਾ ਵਿਸ਼ਾ ਹੈਗਾ ਜੀ, ਇਹ ਤੁਸੀਂ ਜ਼ਰੂਰ ਪੜ੍ਹਿਆ ਹੋਵੇ। ਸੋ ਇਹ ਮੇਨ ਜਿਹੜੇ 6 ਜਿਹੜੇ ਸਬਜੈਕਟ ਹੈਗੇ ਸੀਗੇ ਜੀ, ਜਿਨ੍ਹਾਂ ਦੀ ਗੱਲ ਆਪਾਂ ਆਲਰੇਡੀ ਕਰ ਚੁੱਕੇ ਹਾਂ। ਬਾਕੀ ਮੈਂ ਇੱਕ ਵਾਰ ਜਿਹੜਾ ਟੈਲੀਗ੍ਰਾਮ ਚੈਨਲ ਹੈਗਾ ਜੀ, ਇਹਦੇ 'ਤੇ ਮੈਂ ਫਿਰ ਵੀ ਵੇਖ ਲੈਣਾ ਆ। ਇੱਕ ਇਹਨਾਂ ਨੇ ਪੁੱਛਿਆ ਸੀਗਾ ਕਿ ਸਰ ਪੀਐਸ ਟੈਟ ਦੇ ਸਰਟੀਫਿਕੇਟ ਬਾਰੇ ਦੱਸਿਆ ਜਾਵੇ ਕਿ ਸਰ ਜਿਹੜੇ ਪੀਐਸ ਟੈਟ ਜਿਨ੍ਹਾਂ ਨੇ ਪਾਸ ਕਰ ਲਿਆ, ਜਿਵੇਂ ਹੁਣ 41 ਤੋਂ ਪਹਿਲਾਂ ਜਿਹੜਾ ਮਤਲਬ ਕਿ ਹੁਣ ਜਿਹੜਾ ਰੀਸੈਂਟਲੀ ਪੇਪਰ ਹੋਇਆ ਪੀਐਸ ਟੈਟ ਦਾ, ਇਹਨਾਂ ਸਾਥੀਆਂ ਦੇ ਜਿਹੜੇ ਸਰਟੀਫਿਕੇਟਸ ਨੇ ਜੀ ਉਹ ਕਦੋਂ ਆਉਣਗੇ, ਉਹਦੇ ਬਾਰੇ ਆਪਾਂ ਹਜੇ ਤਾਂ ਨਹੀਂ ਕਹਿ ਸਕਦੇ, ਬਟ ਜਦੋਂ ਵੀ ਆਉਣਗੇ ਸਭ ਤੋਂ ਪਹਿਲਾਂ ਆਪਾਂ ਆਪਣੇ ਇਸ ਚੈਨਲ 'ਤੇ ਤੁਹਾਨੂੰ ਦੱਸ ਦੇਵਾਂਗੇ। ਬਾਕੀ ਇਹ ਤੁਹਾਡੇ ਘਰੇ ਨਹੀਂ ਆਉਂਦੇ ਹੁੰਦੇ, ਤੁਹਾਨੂੰ ਆਪ ਹੀ ਡਾਈਟ ਵਿੱਚ ਜਾ ਕੇ ਲਿਆਉਣੇ ਪੈਂਦੇ ਨੇ ਜਿਹੜੇ ਤੁਹਾਡੇ ਪੀਐਸ ਟੈਟ ਦੇ ਸਰਟੀਫਿਕੇਟਸ ਹੁੰਦੇ ਨੇ। ਬਾਕੀ ਮੈਨੂੰ ਨਹੀਂ ਲੱਗਦਾ ਵੀ ਮੈਂ ਹੁਣ ਕੋਈ ਇਹੋ ਜਿਹਾ ਜਿਹੜਾ ਪ੍ਰਸ਼ਨ ਹੋਊਗਾ ਜੀ ਉਹ ਮੈਂ ਛੱਡਿਆ ਹੋਣਾ। ਐਂਡ ਇੱਕ ਜਿਹੜੇ ਸਾਥੀ ਨੇ ਜੀ ਉਹ ਪੁੱਛ ਰਹੇ ਆ ਕਿ ਸਰ ਸੈਲਫ ਸਟੱਡੀ ਕਰਨੀ ਜ਼ਰੂਰੀ ਹੈ, ਮਤਲਬ ਕਿ ਕੀ ਆਪਾਂ ਸੈਲਫ ਸਟੱਡੀ ਨਾਲ ਪੇਪਰ ਕਲੀਅਰ ਕਰ ਸਕਦੇ ਹਾਂ ਜਾਂ ਫਿਰ ਕੋਚਿੰਗ ਲੈ ਸਕਦੇ ਹਾਂ। ਵੇਖੋ ਦੋਸਤੋ, ਇਹ ਤਾਂ ਹੁਣ ਤੁਹਾਡੀ ਆਪ ਦੀ ਕੈਪੇਬਿਲਿਟੀਜ਼ ਹੈਗੀਆਂ ਨੇ। ਬਾਕੀ ਕੁਝ ਸਾਥੀ ਇਹੋ ਜਿਹੇ ਵੀ ਹੁੰਦੇ ਨੇ ਜਿਹੜੇ ਕਿ ਕੋਚਿੰਗ ਨੂੰ ਅਫੋਰਡ ਨਹੀਂ ਕਰ ਸਕਦੇ। ਅੱਜ ਕੱਲ੍ਹ ਦੀ ਜਿਹੜੀ ਕੋਚਿੰਗ ਦੀ ਫੀਸ ਹੁੰਦੀ ਆ ਉਹ ਵੀ ਕਾਫੀ ਜ਼ਿਆਦਾ ਹਾਈ ਹੁੰਦੀ ਆ। ਸੋ ਕਈ ਸਾਥੀ ਦਾ ਵੀ ਚਲੋ ਨਹੀਂ ਦੇ ਸਕਦੇ ਫੀਸ ਵਗੈਰਾ। ਬਾਕੀ ਜਿਹੜੇ ਸਾਥੀ ਨਹੀਂ ਰਿਸਕ ਲੈਣਾ ਚਾਹੁੰਦੇ, ਹੁਣ ਬਈ ਉਹ ਕੋਚਿੰਗ ਵੀ ਲੈ ਸਕਦੇ ਆ। ਬਾਕੀ ਐ ਵੀ ਨਾ ਹੋਵੇ ਕਿ ਤੁਹਾਨੂੰ ਪਛਤਾਵਾ ਹੀ ਹੋਣ ਲੱਗ ਜਾਵੇ, ਬਟ ਤੁਸੀਂ ਸਿਰਫ ਇਹ ਸੋਚਦੇ ਹੋ ਕਿ ਅਸੀਂ ਸੈਲਫ ਸਟੱਡੀ ਨਾਲ ਕੋਈ ਚੀਜ਼ ਨਹੀਂ ਕਲੀਅਰ ਕਰ ਸਕਦੇ। ਸੋ ਇਹ ਵੀ ਤੁਹਾਡਾ ਇੱਕ ਵਹਿਮ ਹੀ ਹੈ। ਤੁਸੀਂ ਕੋਈ ਵੀ ਚੀਜ਼ ਸੈਲਫ ਸਟੱਡੀ ਨਾਲ ਬੜੇ ਹੀ ਆਰਾਮ ਨਾਲ, ਮਤਲਬ ਕਿ ਤੁਸੀਂ ਹੁਣ ਤੋਂ ਹੀ ਪੜ੍ਹਨਾ ਸਟਾਰਟ ਕਰ ਦਿਓ। ਪ੍ਰੀਵੀਅਸ ਈਅਰ ਵੇਖੋ, ਜੇਕਰ ਮੰਨ ਲਓ ਮੈਂ ਖੁਦ ਕਿਸੇ ਤੋਂ ਗਾਈਡੈਂਸ ਨਹੀਂ ਲਈ ਕਿ ਜੇ ਮੈਂ SST ਦੀ ਪ੍ਰੀਪਰੇਸ਼ਨ ਕਰਨੀ ਹੋਵੇ ਮੈਂ ਕਿਵੇਂ ਕਰੂੰਗਾ, ਤੇ ਮੈਂ ਵੇਖੂੰਗਾ ਕਿ ਸਿਲੇਬਸ ਵਿੱਚ ਕੀ ਹੈ। ਸਿਲੇਬਸ ਵਿੱਚ ਜੋ ਵੀ ਹੋਊਗਾ ਉਹ ਮੈਂ ਗ੍ਰੈਜੂਏਸ਼ਨ ਦੀਆਂ ਬੁੱਕਸ ਚੱਕੂੰਗਾ। ਗ੍ਰੈਜੂਏਸ਼ਨ ਦੀਆਂ ਬੁੱਕਸ ਤੋਂ ਨਾ ਗੱਲ ਬਣੂਗੀ ਤੇ ਮੈਂ ਆਪਦੀਆਂ ਜਿਹੜੀਆਂ ਬੇਸਿਕ ਜਿਹੜੀਆਂ ਗੱਲਾਂ ਨੇ ਉਹ ਕਲੀਅਰ ਕਰੂੰਗਾ। ਭਾਵ ਇਹ ਕਿ 9ਵੀਂ 10ਵੀਂ 11ਵੀਂ 12ਵੀਂ ਦੀਆਂ ਜਿਹੜੀਆਂ ਕਿਤਾਬਾਂ ਨੇ ਜੀ SST ਦੀਆਂ, ਉਹ ਮੈਂ ਪੜ੍ਹਨਾ ਸ਼ੁਰੂ ਕਰੂੰਗਾ। ਵੇਖੂੰਗਾ ਕਿ ਜਿਹੜੇ ਟੌਪਿਕ ਨਹੀਂ ਮਿਲ ਰਹੇ, ਮੈਂ ਮਾਸਟਰਸ ਜਿਹੜੀਆਂ ਹੈਗੀਆਂ ਨੇ ਜੀ ਉਹਨਾਂ ਦੀਆਂ ਬੁੱਕਸ ਵੀ ਲੈ ਕੇ ਉਹ ਪੜ੍ਹਨ ਦੀ ਕੋਸ਼ਿਸ਼ ਕਰੂੰਗਾ। ਸੋ ਇਹ ਹੁਣ ਆਪਣੇ 'ਤੇ ਡਿਪੈਂਡ ਕਰਦਾ ਆ। ਅੱਜ ਕੱਲ੍ਹ ਵੈਸੇ ਵੀ ਇੰਟਰਨੈਟ 'ਤੇ ਸਾਰੀਆਂ ਚੀਜ਼ਾਂ ਅਵੇਲੇਬਲ ਹੁੰਦੀਆਂ ਨੇ। ਸੋ ਇਹ ਤੁਸੀਂ ਵੇਖੋ ਕਿ ਤੁਹਾਨੂੰ ਕੋਚਿੰਗ ਲੈਣੀ ਚਾਹੀਦੀ ਹੈ ਜਾਂ ਨਹੀਂ ਲੈਣੀ ਚਾਹੀਦੀ, ਕਿਉਂਕਿ ਮੈਂ ਇਹ ਨਹੀਂ ਕਹਿੰਦਾ ਕਿ ਕੋਈ ਜਿਹੜੀ ਕੋਚਿੰਗ ਕੋਈ ਪਰਸਨ ਲੈ ਰਿਹਾ ਤੇ ਉਹ ਮਾੜੀ ਗੱਲ ਹੈਗੀ ਆ, ਕਿਉਂਕਿ ਅਗਲਾ ਅੱਜ ਕੱਲ੍ਹ ਕੋਈ ਰਿਸਕ ਵੀ ਨਹੀਂ ਲੈਣਾ ਚਾਹੁੰਦਾ ਕਿ ਸਰ ਇੱਕ ਤਾਂ ਮੌਕਾ ਮਿਲਦਾ, ਆਪਾਂ ਕਿਉਂ ਰਿਸਕ ਲਈਏ। ਬਾਕੀ ਮੈਂ ਆਪ ਵੀ ਸਾਰੇ ਪੇਪਰ ਬਿਨਾਂ ਕਿਸੇ ਕੋਚਿੰਗ ਤੋਂ ਹੀ ਕੀਤੇ ਆ, ਸਾਰੇ ਆਪ ਹੀ ਸੈਲਫ ਸਟੱਡੀ ਨਾਲ ਕੀਤੇ ਆ। ਐਂਡ ਬਾਕੀ ਤੁਸੀਂ ਵੇਖ ਸਕਦੇ ਹੋ ਕਿ ਤੁਹਾਨੂੰ ਕੋਚਿੰਗ ਲੈਣੀ ਚਾਹੀਦੀ ਆ ਨਹੀਂ ਲੈਣੀ ਚਾਹੀਦੀ, ਕਿਉਂਕਿ ਇੰਡੀਵਿਜੂਅਲ ਡਿਫਰੈਂਸ ਸਾਰਿਆਂ ਵਿੱਚ ਵੇਖਣ ਨੂੰ ਮਿਲਦਾ ਹੈ। ਕੀ ਪਤਾ ਹੁਣ ਜਿਹੜੇ ਸਾਥੀ ਵੀਡੀਓ ਵੇਖ ਰਿਹਾ ਉਹਨਾਂ ਦੀ ਕੀ ਕੈਪੇਬਿਲਿਟੀਜ਼ ਹੈਗੀਆਂ ਨੇ। ਕਈ ਸੈਲਫ ਸਟੱਡੀ ਨਾਲ ਵੀ ਵਧੀਆ ਪੇਪਰ ਅਟੈਂਪਟ ਕਰ ਸਕਦੇ ਨੇ, ਕਈ ਨਹੀਂ ਕਰ ਸਕਦੇ, ਕਈ ਕੋਚਿੰਗ ਲੈ ਕੇ ਵੀ ਨਹੀਂ, ਕਈਆਂ ਤੋਂ ਕਲੀਅਰ ਕਰ ਹੁੰਦਾ। ਸੋ ਆਪਾਂ ਉਹਨਾਂ ਨੂੰ ਕੀ ਕਹਿ ਸਕਦੇ ਹਾਂ। ਸੋ ਇਹ ਕੁਝ ਜਿਹੜੇ ਕੁਐਸਚਨਸ ਹੈਗੇ ਸੀਗੇ ਜੀ, ਇਹ ਤੁਹਾਡੇ ਦੁਆਰਾ ਪੁੱਛੇ ਗਏ ਸੀਗੇ। ਬਾਕੀ ਜਿਨ੍ਹਾਂ ਸਾਥੀਆਂ ਦਾ ਜਿਹੜਾ ਕੁਐਸਚਨ ਹੈਗਾ ਜੀ ਉਹ ਰਹਿ ਗਿਆ ਹੋਊਗਾ, ਉਹ ਮੈਨੂੰ ਕਮੈਂਟ ਕਰ ਦਿਓ। ਮੈਂ ਕੋਸ਼ਿਸ਼ ਕਰੂੰਗਾ ਕਿ ਵੀ ਤੁਹਾਡੇ ਜਿਹੜਾ ਕਮੈਂਟਸ ਦਾ ਜਿਹੜਾ ਜਵਾਬ ਹੈਗਾ ਜੀ ਉਹ ਮੈਂ ਦੇਣ ਦੀ ਕੋਸ਼ਿਸ਼ ਕਰਾਂ। ਸੋ ਆਪਾਂ ਵੀਡੀਓ ਨੂੰ ਕਰਦੇ ਹਾਂ ਖ਼ਤਮ। ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਪਲੀਜ਼ ਜਿਹੜਾ ਲਾਈਕ ਦਾ ਜਿਹੜਾ ਬਟਨ ਹੈਗਾ ਜੀ ਉਹ ਜ਼ਰੂਰ ਪ੍ਰੈਸ ਕਰਿਓ ਐਂਡ ਆਪਦੇ ਦੋਸਤਾਂ ਨੂੰ ਵੀ ਸ਼ੇਅਰ ਕਰਿਓ। ਬਾਕੀ ਮੇਰੇ ਵੱਲੋਂ ਕੋਸ਼ਿਸ਼ ਕੀਤੀ ਗਈ ਸੀ ਕਿ ਜਿੰਨਾ ਕੁ ਮੈਨੂੰ ਪਤਾ ਆ ਉਹ ਮੈਂ ਤੁਹਾਨੂੰ ਦੱਸਾਂ, ਕਿਉਂਕਿ ਮੈਂ ਵੀ ਤੁਹਾਡੇ ਵਰਗਾ ਹੀ ਹਾਂ। ਮੈਨੂੰ ਵੀ ਇੱਧਰ ਤੋਂ ਹੀ ਇਨਫੋਰਮੇਸ਼ਨ ਮਿਲਦੀ ਆ ਐਂਡ ਕੁਝ ਗੱਲਾਂ ਮੈਨੂੰ ਵੀ ਨਹੀਂ ਪਤਾ ਹੁੰਦਾ ਕੁਝ ਗੱਲਾਂ ਬਾਰੇ। ਐਂਡ ਪਲੀਜ਼ ਬੈਕਗਰਾਊਂਡ ਨੂੰ ਇਗਨੋਰ ਕਰਿਓ, ਮੈਨੂੰ ਪਤਾ ਥੋੜ੍ਹਾ ਜਿਹਾ ਖਲਾਰਾ ਪਿਆ ਹੋਇਆ। ਐਂਡ ਮੈਂ ਰਹਿਣਾ PG ਦੇ ਵਿੱਚ ਹਾਂ। ਵੈਸੇ ਤਾਂ ਮੈਂ ਅਕਸਰ ਤੁਹਾਨੂੰ ਦੱਸਦਾ ਹੀ ਰਹਿਣਾ ਜਦੋਂ ਆਪਾਂ ਪਹਿਲਾਂ ਲਾਈਵ ਵੀਡੀਓਜ਼ ਬਣਾਉਂਦੇ ਹੁੰਦੇ ਸੀਗੇ। ਸੋ ਤੁਹਾਨੂੰ ਇਹਨਾਂ ਗੱਲਾਂ ਦਾ ਪਤਾ ਹੀ ਆ। ਬਾਕੀ ਦੋਸਤੋ ਦਿਓ ਇਜਾਜ਼ਤ, ਜੇਕਰ ਕੋਈ ਇਹੋ ਜਿਹਾ ਵਰਡ ਮੇਰੇ ਤੋਂ ਗਲਤੀ ਨਾਲ ਗਲਤ ਬੋਲਿਆ ਗਿਆ ਹੋਵੇ ਤਾਂ ਮੈਨੂੰ ਮਾਫ ਕਰਿਓ। ਤੇ ਥੈਂਕ ਯੂ ਸੋ ਮਚ ਫॉर ਵਾਚਿੰਗ। ਗੋਡ ਬਲੈਸ ਯੂ ਆਲ।